पाया कुदरत के सब बंदे। एक नूर ते सब जग उपजया, कौन भले कौ मंदे। ਤੇ ਸਾਸੰਗ ਜੀ ਆਪ ਜੀ ਨੂੰ ਦੱਸਦੇ ਕਿ ਅੱਜ ਦੇ ਸਾਡੇ ਧਰਮ ਵਿਚਾਰ ਦਾ ਵਿਸ਼ਾ ਗੁਰੂ ਦਾ ਮਹੱਤਵ ਤੇ ਗੁਰੂ ਦੇ ਨਾਲ ਕੁਦਰਤ ਦੀ ਜੋ ਦੇਣ ਹੈ ਉਸ ਬਾਰੇ ਵੀ ਅਸੀਂ ਵਿਚਾਰਾ ਕਰਾਂਗੇ ਜੀ। ਤੇ ਵਿਚਾਰਾਂ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਬੀਬੀ ਸਤਨਾਮ ਕੌਰ ਜੀ ਜੋ ਕਿ ਖਾਸ ਤੌਰ ਤੇ ਮੁੰਬਈ ਤੋਂ ਆਏ ਨੇ। ਆਪ ਜੀ ਸਾਬਕਾ ਅਧਿਆਪਿਕਾ ਵੀ ਰਹੇ ਨੇ ਤੇ ਆਪ ਜੀ ਮੌਜੂਦਾ ਸਮੇਂ ਤੱਕ ਵੀ ਗੁਰਬਾਣੀ ਕਲਾਸਿਸ ਦਾ ਅਰੇਂਜ ਕਰਦੇ ਨੇ, ਪ੍ਰਬੰਧ ਕਰਦੇ ਨੇ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ। ਆਪ ਜੀ ਦਾ ਜਿਸ ਤਰ੍ਹਾਂ ਕਿ ਪਿਆਰ ਗੁਰਬਾਣੀ ਦੇ ਨਾਲ ਹੈ, ਆਪ ਜੀ ਨੂੰ ਨਿੱਘ ਮਿਲੀ ਹੈ, ਦਿਲੀ ਇੱਛਾ ਹੈ ਕਿ ਜਿਸ ਤਰ੍ਹਾਂ ਦਾ ਪਿਆਰ, ਜਿਸ ਤਰ੍ਹਾਂ ਦੀ ਨਿੱਘ ਉਹਨਾਂ ਨੂੰ ਗੁਰਬਾਣੀ ਦੇ ਜ਼ਰੀਏ ਮਿਲੀ ਹੈ ਉਸੇ ਤਰ੍ਹਾਂ ਦਾ ਹੀ ਆਨੰਦ ਸਾਰੇ ਮਾਣਨ। ਸੋ ਆਪ ਜੀ ਦੀ ਬੜੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚਿਆਂ ਦਾ ਨਾਲ, ਕਿਉਂਕਿ ਸ਼ੁਰੂ ਤੋਂ ਹੀ ਆਪ ਜੀ ਦਾ ਪਿਆਰ ਹੈ ਤੇ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ। ਸੋ ਅੱਜ ਵੀ ਇਹ ਕੋਸ਼ਿਸ਼ ਹੈ ਧਰਮ ਵਿਚਾਰਾਂ ਦੇ ਵਿੱਚ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਦੇ ਬਾਰੇ ਦੱਸੀਏ, ਕੁਦਰਤ ਦੇ ਬਾਰੇ ਦੱਸੀਏ, ਮਨੁੱਖਤਾ ਦੇ ਬਾਰੇ ਦੱਸੀਏ। ਬੀਬੀ ਸਤਨਾਮ ਕੌਰ ਜੀ ਆਪ ਜੀ ਦਾ ਪ੍ਰੋਗਰਾਮ ਇੱਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅੱਜ ਦਾ ਸਾਡਾ ਧਰਮ ਵਿਚਾਰ ਹੈ ਗੁਰੂ ਦਾ ਮਹੱਤਵ, ਸ਼ੁਰੂ ਕਰਦੇ ਹਾਂ ਜੀ ਧਰਮ ਵਿਚਾਰ। ਗੁਰੂ ਦਾ ਮਹੱਤਵ ਤੇ ਗੁਰੂ ਦਾ ਕੁਦਰਤ ਦੇ ਨਾਲ ਕੀ ਸਾਂਝ ਹੈ ਤੇ ਮਨੁੱਖਤਾ ਨੂੰ ਕੀ ਕਿਹਾ ਗਿਆ ਕੁਦਰਤ ਦੇ ਬਾਰੇ। ਬੀਬੀ ਸਤਨਾਮ ਕੌਰ ਜੀ, ਸਭ ਤੋਂ ਪਹਿਲਾਂ ਤਾਂ ਕਿਉਂਕਿ ਸਾਡਾ ਅੱਜ ਦਾ ਟੌਪਿਕ ਹੈ ਗੁਰੂ ਦਾ ਮਹੱਤਵ, ਸਿੱਖੀਜ਼ਮ ਵਿੱਚ, ਸਿੱਖ ਇਤਿਹਾਸ ਵਿੱਚ ਗੁਰੂ ਦਾ ਮਹੱਤਵ ਕੀ ਹੈ ਤੇ ਬੱਚਿਆਂ ਦੇ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਏ ਤੇ ਬੱਚੇ ਗੁਰੂ ਨੂੰ ਕਿਸ ਤਰ੍ਹਾਂ ਨਾਲ ਲੈਂਦੇ ਨੇ। ਸ਼ੁਰੂ ਵਿੱਚ ਨਮਸਕਾਰ ਗੁਰਦੇਵ ਕੋ, ਸਤਨਾਮ ਜਿਨ ਮੰਤਰ ਦਿਰੜਾਇਆ, ਭੋਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ। तो सब तो पहला ਅਸੀਂ ਇਹ ਦੇਖਣਾ ਹੈ ਜਾਂ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਕਿਸ ਤਰ੍ਹਾਂ ਹਨ। ਉਹਦੇ ਤੇ ਅਸੀਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਨਾ ਹੈ। ਤਾਂ ਸਾਰੇ ਦਰਸ਼ਕਾਂ ਨੂੰ ਨਿਵੇਦਨ ਕੀਤਾ ਜਾਂਦਾ ਹੈ ਕਿ ਕੁਝ ਸੈਕੰਡਸ ਵਾਸਤੇ ਆਪਣੀ ਅੱਖਾਂ ਬੰਦ ਕਰ ਲਓ, ਸਾਵਧਾਨੀ ਨਾਲ ਬੈਠੋ, ਹੋ ਸਕੇ ਤੇ ਪਦਮ ਆਸਨ ਵਿੱਚ ਬੈਠੋ ਕਿਉਂਕਿ ਇਸ ਦੇ ਨਾਲ ਬੜੀ ਹੈਲਪ ਹੁੰਦੀ ਹੈ। ਅੱਖਾਂ ਬੰਦ ਕਰਨ ਦੇ ਬਾਅਦ ਆਪ ਸਾਰਿਆਂ ਨੇ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਬਾਰ ਵਿੱਚ ਬੈਠੇ ਹਾਂ। ਬੜਾ ਸੁੰਦਰ ਪੰਡਾਲ ਬਣਾਇਆ ਹੋਇਆ ਹੈ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਬੜੇ ਉੱਚੇ ਸਿੰਘਾਸਨ ਤੇ ਕੀਤਾ ਹੋਇਆ ਹੈ। ਇਸ ਦੇ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਨ ਅਤੇ ਹੁਕਮ ਦਿੰਦੇ ਹਨ ਸੰਗਤਾਂ ਨੂੰ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਤੁਸੀਂ ਪ੍ਰਣ ਲਓ। ਸਾਰੀ ਸੰਗਤ ਖੜੀ ਹੋ ਗਈ ਔਰ ਉਹਨਾਂ ਨੇ ਵੀ ਬੜੇ ਅਦਬ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਔਰ ਉਹ ਲਾਈਨਾਂ ਰਿਪੀਟ ਕੀਤੀਆਂ। ਅਸੀਂ ਸਾਰੇ ਉਹ ਲਾਈਨਾਂ ਬੋਲਾਂਗੇ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ। ਉਸ ਦੇ ਬਾਅਦ ਗੁਰੂ ਜੀ ਨੇ ਸੰਗਤ ਨੂੰ ਪ੍ਰਣ ਦ੍ਰਿੜ ਕਰਾਇਆ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਵਾਸਤੇ ਕਿਹਾ। ਉਹ ਬੇਨਤੀ ਕੀ ਸੀ? ਅਸੀਂ ਸਾਰਿਆਂ ਨੇ ਕਰਨੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸਾਡੇ ਗੁਰੂ ਹੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸਾਡੇ ਸ਼ਬਦ ਗੁਰੂ ਹੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸਾਡੇ ਗਿਆਨ ਦੇ ਗੁਰੂ ਹੋ। ਇਸ ਦੇ ਨਾਲ ਨਾਲ ਇੱਕ ਹੋਰ ਸੁੰਦਰ ਪ੍ਰਤਿਗਿਆ ਗੁਰੂ ਜੀ ਨੇ ਸਿੱਖਾਂ ਕੋਲੋਂ ਕਰਾਈ। ਉਹ ਸੀ तुम्हें छाड़ कोई अवर न त्याऊं, जो बर चाहूं सो तुम ते पाऊं। तुम्हें छाड़ कोई अवर न त्याऊं, जो बर चाहूं सो तुम ते पाऊं।
तो ये सी प्रतिज्ञा जो गुरु गोबिंद सिंह महाराज जी ने संगत कोलों कराई और उस दिन दे बाद ही सिख धर्म ਨੂੰ ਇਹ ਹੁਕਮ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ। तो इस रीत ਨਾਲ ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਕਿਵੇਂ ਹੋਏ। ਜੀ ਗੁਰੂ ਦਾ ਹੈ ਕਿ ਜਿੱਥੇ ਬੱਚਿਆਂ ਨੂੰ ਜਾਂ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਉਹ ਗੁਰੂ ਹੁੰਦਾ ਹੈ। ਤੇ ਗੁਰੂ ਹੋਰ ਵੀ ਕਈ ਤਰ੍ਹਾਂ ਦੀਆਂ ਵਿਦਿਆਵਾਂ ਦਿੰਦਾ ਹੈ ਬੱਚਿਆਂ ਨੂੰ, ਜਿਸ ਤਰ੍ਹਾਂ ਕਿ ਵਾਤਾਵਰਣ ਪ੍ਰਤੀ, ਜਿਸ ਤਰ੍ਹਾਂ ਕਿ ਅਸੀਂ ਗੁਰੂ ਘਰ ਦੇ ਦਰਸ਼ਨਾਂ ਤਹਿਤ ਅਸੀਂ ਦਰਸ਼ਨ ਕੀਤੇ ਸੀ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਗੁਰਦੁਆਰਾ ਬੇਰੀ ਸਾਹਿਬ ਦੇ, ਜਿੱਥੇ ਕਿ ਪਵਿੱਤਰ ਬੇਰੀ ਹੈ ਤੇ ਇੱਥੇ ਆਉਣ ਵਾਲੇ ਮਾਨਤਾ ਹੈ ਕਿ ਇੱਥੇ ਆਉਣ ਵਾਲੇ ਹਰ ਸ਼ਰਧਾਲੂ ਦੀ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ। ਇਸੇ ਤਰ੍ਹਾਂ ਜੇ ਦੇਖਿਆ ਜਾਏ ਬੀਬੀ ਸਤਨਾਮ ਕੌਰ ਜੀ, ਕੁਦਰਤ ਦਾ ਬੜਾ ਹੀ ਗੂੜਾ ਰਿਸ਼ਤਾ ਹੈ ਮਨੁੱਖਤਾ ਦੇ ਨਾਲ। ਤੇ ਅਸੀਂ ਮਨੁੱਖਤਾ ਦੇ ਬਾਰੇ ਹੋਰ ਵੀ, ਕੁਦਰਤ ਬਾਰੇ ਹੋਰ ਵੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੋਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਵੀ ਦਰਸ਼ਨ ਕਰ ਲੈਂਦੇ ਹਾਂ, ਜਿਸ ਨੂੰ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਭਾਵੇਂ ਜੋ ਦਰਖਤ ਨੇ ਇਹ ਅੱਜ ਗੁਰਦੁਆਰਾ ਅੰਬ ਸਾਹਿਬ ਦੇ ਦਰਖਤ ਸੁੱਕ ਚੁੱਕਾ ਹੈ, ਪਰ ਜੋ ਆਸਥਾ ਹੈ ਉਹ ਅੱਜ ਵੀ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਬਰਕਰਾਰ ਹੈ। ਉਹ ਮਨੁੱਖਤਾ ਦੇ ਲਈ ਬੜੀ ਹੀ ਜ਼ਰੂਰੀ ਹੈ, ਕਿਉਂਕਿ ਜੋ ਹਰਿਆਵਲ ਹੈ ਉਹ ਮਨੁੱਖਤਾ ਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਦੀ ਹੈ। ਸੋ ਪਰਮਾਤਮਾ ਨੇ ਵੀ ਕੁਦਰਤ ਦੀ ਜੋ ਰਚਨਾ ਕੀਤੀ ਹੈ, ਸ੍ਰਿਸ਼ਟੀ ਕੀਤੀ ਹੈ, ਤਾਂ ਬੜੀ ਹੀ ਸੋਚ ਸਮਝ ਕੇ ਕੀਤੀ ਹੈ, ਕਿਉਂਕਿ ਮਨੁੱਖਤਾ ਨੂੰ ਹਮੇਸ਼ਾ ਹੀ ਸ਼ੁਰੂ ਤੋਂ ਹੀ ਇਸ ਦੀ ਜ਼ਰੂਰਤ ਪਈ ਹੈ, ਪੈਂਦੀ ਰਹੇਗੀ। ਤੇ ਅੱਗੇ ਵੀ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇਸ ਦੀ ਸੰਭਾਲ ਕਰੀਏ। ਅੱਜ ਬੇਸ਼ੱਕ ਕਈ ਤਰ੍ਹਾਂ ਦੇ ਕਾਨੂੰਨ ਬਣ ਚੁੱਕੇ ਨੇ, ਸਰਕਾਰਾਂ ਮੰਨ ਚੁੱਕੀਆਂ ਨੇ, ਜੋ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਸ਼ਿਕਾਰ ਹੋ ਰਹੇ ਨੇ ਜਾਨਵਰਾਂ ਦੇ, ਇਸ ਨੂੰ ਰੋਕਿਆ ਜਾਏ ਤਾਂ ਇਸ ਨੂੰ ਰੋਕਣ ਦੇ ਲਈ ਬਕਾਇਦਾ ਕਾਨੂੰਨ ਬਣਾਏ ਗਏ ਨੇ। ਸੋ ਜਿੱਥੇ ਅੱਜ ਸਰਕਾਰਾਂ ਸੋਚ ਰਹੀਆਂ ਨੇ ਕਿ ਵਨਸਪਤੀ ਹੈ, ਜੋ ਹਰਿਆਵਲ ਹੈ, ਉਹ ਕੁਦਰਤ ਹੈ, ਇਹ ਸਭ ਮਨੁੱਖ ਲਈ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੇ ਅਸੀਂ ਇਹੀ ਚਾਹਾਂਗੇ ਕਿ ਜੋ ਸਾਡੇ ਗੁਰੂ ਸਾਹਿਬ ਨੇ, ਗੁਰੂਆਂ ਨੇ ਤੇ ਬਹੁਤ ਪਹਿਲੇ ਹੀ ਇਹ ਕਲੀਅਰ ਕਰ ਦਿੱਤਾ ਹੈ, ਸਾਫ਼ ਕਰ ਦਿੱਤਾ ਹੈ ਕਿ ਜੋ ਹਰਿਆਵਲ ਹੈ ਉਹ ਮਨੁੱਖਤਾ ਦੇ ਲਈ ਜ਼ਰੂਰੀ ਹੈ। ਸੋ ਇਸੇ ਲਈ ਮਨੁੱਖ ਨੂੰ ਧਰਤੀ ਤੋਂ ਭੇਜਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਸੋ ਗੁਰੂ ਜੋ ਹੈ, ਅੱਜ ਦਾ ਸਾਡਾ ਜਿਸ ਤਰ੍ਹਾਂ ਕਿ ਟੌਪਿਕ ਹੈ ਗੁਰੂ ਦਾ ਮਹੱਤਵ, ਸੋ ਗੁਰੂ ਨੇ ਹੀ ਸਾਨੂੰ ਇਹ ਦੱਸਿਆ ਹੈ ਕਿ ਜੋ ਹਰਿਆਵਲ ਹੈ, ਜੋ ਸ੍ਰਿਸ਼ਟੀ ਜੋ ਰਚੀ ਗਈ ਹੈ ਉਹ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਮਨੁੱਖ ਹੈ ਉਹ ਇਸੇ ਵਿੱਚ ਹੀ ਪੈਦਾ ਹੋਇਆ ਤੇ ਇਸੇ ਵਿੱਚ ਇਸਨੇ ਮਿਟ ਜਾਣਾ ਹੈ। ਪਰ ਜੋ ਹਰਿਆਵਲ ਹੈ ਉਹ ਹਮੇਸ਼ਾ ਹੀ ਮਨੁੱਖ ਦੇ ਅੰਦਰ ਖਿੱਚ ਪਾਉਂਦੀ ਰਹੇਗੀ, ਮਨੁੱਖ ਨੂੰ ਜਿਉਣ ਦਾ ਆਸਰਾ ਦਿੰਦੀ ਰਹੇਗੀ। ਸੋ ਕੁਦਰਤ ਦੇ ਨਿਯਮਾਂ ਦੀ ਅਸੀਂ ਉਲੰਘਣਾ ਨਹੀਂ ਕਰਨੀ, ਬਲਕਿ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਹੀ ਚੱਲਣਾ ਹੈ। ਤੇ ਗੁਰੂ ਦੀ ਅਸੀਂ ਗੱਲ ਕਰ ਰਹੇ ਸੀ, ਬੀਬੀ ਸਤਨਾਮ ਕੌਰ ਜੀ ਸਾਡੇ ਨਾਲ ਮੌਜੂਦ ਨੇ। ਬੀਬੀ ਸਤਨਾਮ ਕੌਰ ਜੀ, ਤੁਸੀਂ ਗੁਰੂ ਦਾ ਸਭ ਤੋਂ ਪਹਿਲਾਂ ਤਾਂ ਮਤਲਬ ਦੱਸੋ, ਗੁਰੂ ਦਾ ਮਤਲਬ ਮੀਨਿੰਗ ਕੀ ਹੈ? ਗੁਰੂ ਦਾ ਮਤਲਬ ਹੈ ਜੋ ਸੱਚਾ ਗੁਰੂ ਹੈ ਉਹ ਸਾਡੇ ਮਨ ਦੀ ਅਗਿਆਨਤਾ ਦੂਰ ਕਰੇ। ਸਾਡੇ ਮਨ ਵਿੱਚ ਜੋ ਅੰਧੇਰਾ ਹੈ ਅਗਿਆਨਤਾ ਦਾ, ਉਸ ਨੂੰ ਦੂਰ ਕਰੇ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਕਟ ਬਲਿਆ, ਇਹ ਗੁਰੂ ਦਾ ਮੇਨ ਕੰਮ ਹੈ। ਉਸ ਤੋਂ ਬਾਅਦ ਗੁਰੂ ਤੋਂ ਇੱਕਦਮ ਸਿੰਪਲ ਅਸੀਂ ਅਗਰ ਬੱਚਿਆਂ ਨੂੰ ਸਮਝਾਉਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਫਿਲੋਸਫੀਕਲ ਟੀਚਰ ਜਾਂ ਧਾਰਮਿਕ ਟੀਚਰ। ਉਹੀ ਧਾਰਮਿਕ ਟੀਚਰ ਜਿਹੜਾ ਹੈ ਉਹ ਸਾਨੂੰ ਭਵ ਸਾਗਰ ਤੋਂ ਪਾਰ ਕਰਦਾ ਹੈ, ਸਾਡੇ ਮਨ ਦੀ ਅਗਿਆਨਤਾ ਦੂਰ ਕਰਦਾ ਹੈ ਔਰ ਸਾਡੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਇਹ ਗੁਰੂ ਦਾ ਮਤਲਬ ਹੈ ਜਾਂ ਇਹ ਗੁਰੂ ਦਾ ਮੇਨ ਕੰਮ ਹੈ। ਹੁਣ ਇੱਥੇ ਬੱਚੇ ਕੀ ਸਵਾਲ ਕਰਦੇ ਹਨ ਕਿ ਮਨ ਵਿੱਚ ਅੰਧੇਰਾ ਕਿਸ ਤਰ੍ਹਾਂ ਹੁੰਦਾ ਹੈ, ਔਰ ਉਹਨਾਂ ਦੇ ਜੋ ਸਵਾਲ ਹੈ ਬੜਾ ਹੀ ਜਾਇਜ਼ ਹੈ ਕਿ ਮਨ ਦੇ ਵਿੱਚ ਅੰਧੇਰਾ ਕਿਸ ਤਰ੍ਹਾਂ ਹੁੰਦਾ ਹੈ, ਇਹ ਵੀ ਜਾਣਨਾ ਬੜਾ ਜ਼ਰੂਰੀ ਹੈ ਬੱਚਿਆਂ ਵਾਸਤੇ। ਤਾਂ ਸਾਡੇ ਮਨ ਵਿੱਚ ਅੰਧੇਰਾ ਕਿਸ ਤਰ੍ਹਾਂ ਹੁੰਦਾ ਹੈ, ਉਹਦੇ ਬਹੁਤ ਸਾਰੇ ਕਾਰਨ ਹਨ। ਉਹ ਜਿਹੜੇ ਵਿਕਾਰ ਹਨ, ਜਿਵੇਂ ਅਸੀਂ ਈਰਸ਼ਾ ਕਰਨੇ ਹਾਂ, ਲਾਲਚ ਕਰਨੇ ਹਾਂ, ਗੁੱਸਾ ਕਰਨੇ ਹਾਂ, ਦੂਸਰਿਆਂ ਨਾਲ ਨਫ਼ਰਤ ਕਰਨੇ ਹਾਂ, ਦੂਸਰਿਆਂ ਦੇ ਦੋਸ਼ ਦੇਖਣੇ ਹਾਂ, ਦੂਸਰਿਆਂ ਨੂੰ ਆਪਣੇ ਤੋਂ ਨੀਵਾਂ ਸਮਝਨੇ ਹਾਂ, ਆਪਣੇ ਆਪ ਨੂੰ ਬੜਾ ਸਿਆਣਾ ਸਮਝਨੇ ਹਾਂ। ਤਾਂ ਇਸ ਤਰ੍ਹਾਂ ਦੇ ਜੋ ਵਿਕਾਰ ਹਨ, ਹੋਰ ਅਣਗਿਣਤ ਵਿਕਾਰ ਹਨ ਜਿਹੜੇ ਸਾਡੇ ਮਨ ਦੇ ਵਿੱਚ ਹਨ, ਔਰ ਇਹਨਾਂ ਦੇ ਨਾਲ ਹੀ ਸਾਡੇ ਮਨ ਵਿੱਚ ਅੰਧੇਰਾ ਹੋ ਜਾਂਦਾ ਹੈ ਔਰ ਸਾਨੂੰ ਕੁਝ ਸਮਝ ਨਹੀਂ ਆਉਂਦੀ। ਤਾਂ ਇਹ ਜੋ ਅਗਿਆਨਤਾ ਦਾ ਅੰਧੇਰਾ ਮਤਲਬ ਸਾਡੇ ਮਨ ਵਿੱਚ ਜੋ ਵਿਕਾਰਾਂ ਦਾ ਬੋਝ ਹੈ, ਜੋ ਵਿਕਾਰ ਭਰੇ ਹੋਏ ਹਨ ਸਾਡੇ ਮਨ ਵਿੱਚ, ਉਸ ਨੂੰ ਹੀ ਗੁਰੂ ਕੱਢਦਾ ਹੈ ਆਪਣੇ ਗਿਆਨ ਦੇ ਨਾਲ, ਔਰ ਫਿਰ ਸਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗਿਆਨ ਦਾ ਪ੍ਰਕਾਸ਼ ਦਾ ਮਤਲਬ ਹੈ ਵਿਕਾਰ ਨਿਕਲ ਜਾਂਦੇ ਨੇ ਔਰ ਸਾਡਾ ਮਨ ਸਾਫ਼ ਹੋ ਜਾਂਦਾ ਹੈ। ਅਸੀਂ ਆਪਣੇ ਆਪ ਨੂੰ ਬੜਾ ਹੀ ਹਲਕਾ ਮਹਿਸੂਸ ਕਰਦੇ ਹਾਂ, ਕਿਉਂਕਿ ਵਿਕਾਰਾਂ ਦਾ ਇੱਕ ਬੋਝ ਹੈ ਦਿਮਾਗ ਦੇ ਉੱਤੇ। ਉਹ ਜਦੋਂ ਵਿਕਾਰ ਨਿਕਲ ਗਏ ਮਨ ਹਲਕਾ ਹੋ ਜਾਂਦਾ ਹੈ, ਮਨ ਖੁਸ਼ ਹੋ ਜਾਂਦਾ ਹੈ। ਫਿਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ,
ਇਹ ਹੈ ਗੁਰੂ ਦਾ ਮਤਲਬ। ਜੀ, ਗੁਰੂ ਦਾ ਹਮੇਸ਼ਾ ਹੀ ਇਹ ਮਤਲਬ ਹੁੰਦਾ ਹੈ ਕਿ ਸਾਨੂੰ ਪਰਮਾਤਮਾ ਦੇ ਨਾਲ ਇੱਕ ਕੜੀ ਹੁੰਦੀ, ਇੱਕ ਲੜੀ ਹੁੰਦੀ ਜੋ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਤੇ ਗੁਰੂ ਦੀ ਜ਼ਰੂਰਤ ਹਮੇਸ਼ਾ ਹੀ ਕਿਉਂ ਰਹੀ ਹੈ ਮਤਲਬ? ਹਾਂ, ਬੱਚੇ ਵੀ ਪੁੱਛਦੇ ਹਨ ਕਿਉਂ ਸਾਨੂੰ ਗੁਰੂ ਦੀ ਲੋੜ ਹੈ, ਕਿਉਂ ਅਸੀਂ ਅੰਮ੍ਰਿਤ ਪਾਨ ਕਰੀਏ। ਤਾਂ ਗੁਰੂ ਦੀ ਜ਼ਰੂਰਤ ਕਿਸ ਕਰਕੇ ਹੈ, ਉਹ ਮੈਂ ਜੋ ਬੱਚਿਆਂ ਨੂੰ ਸਿੰਪਲ ਢੰਗ ਨਾਲ ਸਮਝਾਉਂਦੀ ਹਾਂ ਉਹੀ ਆਪ ਜੀ ਨੂੰ ਦੱਸਾਂਗੀ ਕਿ ਸੰਸਾਰ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਾਨੂੰ ਗਿਆਨ ਦੀ ਲੋੜ ਹੈ। ਬਿਨਾਂ ਗਿਆਨ ਦੇ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਅੱਛੀ ਤਰ੍ਹਾਂ। ਜਿਵੇਂ ਕੋਈ ਬੀਬੀ ਨੇ ਚੰਗਾ ਖਾਣਾ ਬਣਾਉਣਾ ਹੈ ਤਾਂ ਉਹਨੂੰ ਕੁਕਿੰਗ ਦਾ ਗਿਆਨ ਚਾਹੀਦਾ ਹੈ। ਅਗਰ ਕਿਸੇ ਵੀਰ ਨੇ ਗੱਡੀ ਚਲਾਉਣੀ ਹੈ ਤਾਂ ਉਹਨੂੰ ਡਰਾਈਵਿੰਗ ਦਾ ਗਿਆਨ ਚਾਹੀਦਾ ਹੈ। ਇਸੇ ਤਰ੍ਹਾਂ ਹੀ ਅਗਰ ਕਿਸੇ ਆਦਮੀ ਨੇ ਅੱਛੀ ਤਰ੍ਹਾਂ ਆਪਣੀ ਇੰਡਸਟਰੀ ਚਲਾਉਣੀ ਹੈ ਤਾਂ ਉਹਨੂੰ ਵੀ MBA ਦਾ ਗਿਆਨ ਤੇ ਚਾਹੀਦਾ ਹੈ ਨਾ, ਕਿ ਵੀ ਵਰਕਰਸ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ। ਤਾਂ ਇਹ ਸਾਰੇ ਕੰਮ ਜੋ ਸੰਸਾਰ ਦੇ ਹਨ ਉਹਦੇ ਵਾਸਤੇ ਗਿਆਨ ਦੀ ਲੋੜ ਹੈ, ਉਹ ਸੰਸਾਰੀ ਗਿਆਨ ਹੈ। ਇਸੇ ਤਰ੍ਹਾਂ ਹੀ ਅਗਰ ਅਸੀਂ ਮਨ ਨੂੰ ਠੀਕ ਤਰ੍ਹਾਂ ਰੱਖਣਾ ਹੈ, ਆਪਣੇ ਮਨ ਨੂੰ ਸੰਭਾਲ ਕੇ ਰੱਖਣਾ ਹੈ, ਉੱਥੇ ਸਾਨੂੰ ਗੁਰੂ ਦੇ ਗਿਆਨ ਦੀ ਲੋੜ ਹੈ, ਕਿਉਂਕਿ ਗੁਰੂ ਦਾ ਮਨ ਹੀ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ। ਤਾਂ ਇਹ ਹੈ ਗੁਰੂ ਦੇ ਗਿਆਨ ਦੀ ਲੋੜ। ਗੁਰੂ ਦਾ ਗਿਆਨ ਬੜਾ ਹੀ ਜ਼ਰੂਰੀ ਹੈ ਖੁਸ਼ ਰਹਿਣ ਵਾਸਤੇ, ਸਰੀਰ ਨੂੰ ਨਿਰੋਗ ਰੱਖਣ ਵਾਸਤੇ ਔਰ ਭਵ ਸਾਗਰ ਤੋਂ ਪਾਰ ਹੋਣ ਵਾਸਤੇ। ਜੀ ਬੀਬੀ ਜੀ, ਕਿਉਂਕਿ ਅੱਜ ਅਸੀਂ ਬੱਚਿਆਂ ਦੇ ਪੁਆਇੰਟ ਆਫ View ਨਾਲ ਗੱਲ ਕਰ ਰਹੇ ਹਾਂ ਕਿ ਗੁਰੂ ਕੌਣ ਹੈ, ਗੁਰੂ ਦਾ ਮਹੱਤਵ ਕੀ ਹੈ, ਤੇ ਕਿਉਂ ਨਾ ਅਸੀਂ ਬੱਚਿਆਂ ਨੂੰ ਨਾਲ ਲੱਗਦੇ ਇਹ ਵੀ ਦੱਸ ਦਈਏ ਕਿ ਜੋ ਸਾਡੇ ਗੁਰੂ ਨੇ ਉਹਨਾਂ ਦੇ ਨਾਂ ਕਿਹੜੇ ਕਿਹੜੇ ਨੇ। ਸਿੱਖ ਧਰਮ ਵਿੱਚ 10 ਗੁਰੂ ਹੋਏ ਹਨ। ਮੈਨੂੰ ਬੜਾ ਅੱਛਾ ਲੱਗੇਗਾ ਜੇ ਅਸੀਂ ਸਾਰੇ ਦਰਸ਼ਕ ਇੱਕ ਵਾਰੀ ਗੁਰੂਆਂ ਦੇ ਨਾਮ ਬੋਲੀਏ। ਅਸੀਂ ਜਿਸ ਤਰ੍ਹਾਂ ਗੁਰਦੁਆਰਿਆਂ ਵਿੱਚ ਜਾਂ ਬੱਚਿਆਂ ਦੇ ਨਾਲ ਬੋਲਦੇ ਹਾਂ ਉਹ ਬੜਾ ਹੀ ਪਿਆਰਾ ਔਰ ਮਨ ਨੂੰ ਮੋਹਣ ਵਾਲਾ ਤਰੀਕਾ ਹੈ। तो पहली पातशाही श्री गुरु नानक देव जी, दूजी पातशाही श्री गुरु अंगद देव जी, तीजी पातशाही श्री गुरु अमरदास जी, चौथी पातशाही श्री गुरु रामदास जी, पंजवीं पातशाही श्री गुरु अर्जुन देव जी, छेवीं पातशाही श्री गुरु हरगोबिंद साहिब जी, सतवीं पातशाही श्री गुरु हर राय साहब जी, अठवीं पातशाही श्री गुरु हरकृष्ण साहिब जी, 9वीं पातशाही श्री गुरु तेग बहादुर साहिब जी, 10वीं पातशाही श्री गुरु गोबिंद सिंह जी महाराज और साडे प्रेजेंट और परमानंद गुरु ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਸਾਰਾ ਜਗਤ ਬੜੇ ਹੀ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਨਮਨ ਕਰਦਾ ਹੈ। ਜੀ ਬਿਲਕੁਲ, ਜਿੱਥੇ ਆਪ ਜੀ ਗੁਰਬਾਣੀ ਕਲਾਸਿਸ ਦਾ ਪ੍ਰਬੰਧ ਕਰਦੇ ਹੋ, ਬੱਚੇ ਵੱਧ ਤੋਂ ਵੱਧ ਤੁਹਾਡੀ ਕਲਾਸਿਸ ਵਿੱਚ ਆਉਂਦੇ ਨੇ, ਜਾਣਦੇ ਨੇ ਕਿ ਗੁਰੂ ਕੌਣ ਹੈ। ਸੋ ਬੜਾ ਹੀ ਜ਼ਰੂਰੀ ਹੈ ਕਿ ਇਹਨਾਂ ਬੱਚਿਆਂ ਨੂੰ, ਜਿੱਥੇ ਕਿ ਅੱਜ ਕੱਲ੍ਹ ਦੇ ਹਿਸਾਬ ਨਾਲ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਸਿੱਖਿਆ ਦਿੱਤੀ ਜਾ ਰਹੀ ਹੈ, ਸੋ ਜ਼ਰੂਰਤ ਹੈ ਕਿ ਗੁਰਮਤ ਦੇ ਨਾਲ ਵੀ ਜੋੜਿਆ ਜਾਏ ਵੱਧ ਤੋਂ ਵੱਧ, ਤਾਂ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 10 ਗੁਰੂਆਂ ਦੇ ਨਾਮ, ਇਹ ਜਦ ਕਿਸੇ ਬੱਚੇ ਨੂੰ ਪੁੱਛੋ ਤੇ ਬੱਚਾ ਕਦੀ ਕਦੀ ਤੇ ਵਿੱਚੇ ਹੀ ਰੁਕ ਜਾਂਦਾ ਹੈ। ਉਹਨੂੰ ਸ਼ੁਰੂ ਦੇ 2-3 ਗੁਰੂਆਂ ਦੇ ਨਾਮ ਯਾਦ ਹੁੰਦੇ ਨੇ, ਫਿਰ ਵਿੱਚ ਰੁਕ ਜਾਂਦਾ ਹੈ, ਫਿਰ ਸੋਚਣ ਲੱਗ ਜਾਂਦਾ ਹੈ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਗੁਰੂ ਦੀ ਜੋ ਮਹੱਤਵ ਹੈ, ਜੋ ਇੰਪੋਰਟੈਂਸ ਉਹ ਦੱਸੀਏ, ਫਿਰ ਗੁਰੂਆਂ ਦੇ ਨਾਮ ਦੱਸੀਏ ਕਿ ਕਿਸ ਤਰ੍ਹਾਂ ਵਾਰੀ-ਵਾਰੀ ਸੇ ਗੁਰੂਆਂ ਨੇ ਜੋਤ ਵਿੱਚ ਆ ਕੇ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਸੰਘਰਸ਼ ਕੀਤੇ, ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ ਤੇ ਸਿੱਖ ਧਰਮ ਦੀ ਰੱਖਿਆ ਕੀਤੀ, ਸਿੱਖ ਕੌਮ ਲਈ ਵੱਧ ਤੋਂ ਵੱਧ ਆਪਣਾ ਜੋ ਯੋਗਦਾਨ ਹੈ ਉਹ ਦਿੱਤਾ। ਸੋ ਬੜਾ ਹੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਪਰਮਾਤਮਾ ਦੇ ਬਾਰੇ ਦੱਸਿਆ ਜਾਏ, ਗੁਰੂਆਂ ਬਾਰੇ ਦੱਸਿਆ ਜਾਏ। ਜੇ ਬੱਚੇ ਇਤਿਹਾਸ ਤੋਂ ਰੂਬਰੂ ਹੋਣਗੇ ਤਾਂ ਹੀ ਜੋ ਸਾਡਾ ਜੋ ਕੱਲ ਹੈ, ਜੋ ਸਾਡਾ ਧਰਮ ਹੈ, ਉਹ ਸੁਰੱਖਿਅਤ ਰਹਿ ਸਕੇਗਾ। ਬੱਚੇ ਵੀ ਵੱਧ ਤੋਂ ਵੱਧ ਇਸ ਵਿੱਚ ਜ਼ਿਆਦਾ ਉਤਸ਼ਾਹ ਹੋ ਸਕਣਗੇ, ਜ਼ਿਆਦਾ ਜਾਣਕਾਰੀ ਲੈ ਸਕਣਗੇ। ਅਸੀਂ ਹੁਣੇ 10 ਗੁਰੂਆਂ ਦੇ ਨਾਮ ਬੋਲੇ ਹਨ ਜੀ। ਆਪ ਸਾਰੇ ਬੜੇ ਹੈਰਾਨ ਹੋਵੋਗੇ ਕਿ ਹਰ ਇੱਕ ਗੁਰੂ ਦਾ ਨਾਮ ਜੋ ਹੈ ਉਹ ਬੜਾ ਹੀ ਪਾਵਰਫੁਲ ਹੈ। ਬਿਲਕੁਲ, ਗੁਰੂਆਂ ਦੇ ਨਾਮ ਜੋ ਹਨ ਬੜੇ ਪਾਵਰਫੁਲ ਹਨ, ਬੜੇ ਬਲਿਸਫੁਲ ਹਨ, ਖੁਸ਼ੀਆਂ ਦੇਣ ਵਾਲੇ ਹਨ, ਆਨੰਦ ਦੇਣ ਵਾਲੇ ਹਨ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਗੁਰੂਆਂ ਦੇ ਨਾਮ ਅਸੀਂ ਭਾਈ ਵੀਰ ਸਿੰਘ ਜੀ ਦਾ ਜੋ ਸ਼ਬਦਕੋਸ਼ ਹੈ ਉਹਦੇ ਵਿੱਚੋਂ ਦੇਖੇ ਹਨ। ਉਹ ਆਪ ਜੀ ਨੂੰ ਮੈਂ 1-2 ਗੁਰੂਆਂ ਦੇ ਨਾਮ ਦੱਸਾਂਗੀ। ਤਾਂ ਜਦੋਂ ਅਸੀਂ ਨਾਮ ਦਾ ਅਰਥ ਜਾਣ ਜਾਵਾਂਗੇ, ਫਿਰ ਅਸੀਂ ਉਸ ਗੁਰੂ ਨੂੰ ਬੋਲਾਂਗੇ, ਯਾਦ ਕਰਾਂਗੇ, ਤਾਂ ਕੁਝ ਅਲੱਗ ਹੀ ਆਨੰਦ ਆਏਗਾ, ਜਿਸ ਨੂੰ ਤੁਸੀਂ ਆਪ ਕਰਕੇ ਮਹਿਸੂਸ ਕਰ ਸਕਦੇ ਹੋ। ਤਾਂ ਪਹਿਲਾ ਹੈ ਨਾਨਕ। ਤਾਂ ਨਾਨਕ ਦਾ ਕੀ ਮਤਲਬ ਹੈ? ਨਾਨਕ ਦਾ ਮਤਲਬ ਹੈ ਸੁਖ ਦੇਣ ਵਾਲਾ, ਸदैव ਸੁਖ ਦੇਣ ਵਾਲਾ, ਜਿੱਥੇ ਦੁੱਖਾਂ ਦਾ ਕੋਈ ਕੰਮ ਨਹੀਂ। ਹੁਣ ਅਸੀਂ ਦੇਖੀਏ, ਅੱਜ ਅਸੀਂ ਨਾਨਕ ਕਿਤਨੀ ਵਾਰੀ ਬੋਲਨੇ ਆ
ਬਾਣੀ ਦੇ ਹਰ ਸ਼ਬਦ ਵਿੱਚ ਨਾਨਕ ਆਂਦਾ ਹੈ, ਸ਼ਬਦ ਦੇ ਐਂਡ ਵਿੱਚ ਨਾਨਕ ਆਂਦਾ ਹੈ। ਇਤਨੀ ਵਾਰੀ ਨਾਨਕ ਬੋਲਣ ਦੇ ਬਾਅਦ ਵੀ ਸਾਨੂੰ ਉਹ ਖੁਸ਼ੀ ਨਹੀਂ ਮਿਲੀ ਜੋ ਕਿ ਇਹ ਨਾਮ ਦੇ ਸਕਦਾ ਹੈ। ਇਹ ਸਮਝਣ ਵਾਲੀ ਗੱਲ ਹੈ। ਹੁਣ ਜਦੋਂ ਸਾਨੂੰ ਪਤਾ ਲੱਗਿਆ ਕਿ ਨਾਨਕ ਦਾ ਮਤਲਬ ਹੈ ਸੁਖ ਸਰੂਪ, ਸੁੱਖਾਂ ਦੇ ਦਾਤੇ, ਦੁੱਖਾਂ ਦਾ ਕੋਈ ਕੰਮ ਨਹੀਂ, ਉਸ ਭਾਵ ਦੇ ਨਾਲ ਜੋ ਅਸੀਂ ਬੋਲਾਂਗੇ ਧੰਨ ਗੁਰੂ ਨਾਨਕ, ਫਿਰ ਤੁਸੀਂ ਮਹਿਸੂਸ ਕਰੋ ਇਸ ਤਰ੍ਹਾਂ ਬੋਲ ਕੇ ਕਿ ਉਸ ਵਿੱਚ ਕਿਤਨੀ ਸ਼ਕਤੀ ਹੈ, ਉਸ ਵਿੱਚ ਕਿਤਨਾ ਆਨੰਦ ਹੈ, ਉਸ ਵਿੱਚ ਕਿਤਨੀ ਬਰਕਤ ਹੈ ਜੋ ਸਾਡੇ ਜੀਵਨ ਵਾਸਤੇ ਬੜੀ ਜ਼ਰੂਰੀ ਹੈ। तो ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦਾ ਨਾਮ ਹੈ ਅਰਜੁਨ। ਅਰਜੁਨ ਦਾ ਮਤਲਬ ਹੈ ਅਰਜ਼ਾਂ ਸੁਣਨ ਵਾਲਾ, ਸਾਡੀਆਂ ਬੇਨਤੀਆਂ ਸੁਣਨ ਵਾਲਾ, ਔਰ ਬੇਨਤੀ ਸੁਣਨ ਦੇ ਬਾਅਦ ਉਹਨਾਂ ਨੂੰ ਪੂਰਨ ਕਰਨ ਵਾਲਾ। ਜਿਵੇਂ ਹਿੰਦੂ ਸਮਾਜ ਵਿੱਚ ਕਲਪ ਵਰਕਸ਼ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ, ਜਾਂ ਕਾਮਦੇਨ ਗਾਏ ਜੋ ਸਵਰਗ ਵਿੱਚ ਮੰਨੀ ਜਾਂਦੀ ਹੈ, ਉਹਨਾਂ ਦੇ ਕੀ ਦੱਸਦੇ ਹਨ ਕਿ ਉਹ ਹਰ ਇੱਛਾ ਪੂਰੀਆਂ ਕਰਦੇ ਹਨ। ਤਾਂ ਗੁਰੂ ਅਰਜਨ ਸਾਹਿਬ ਜੀ ਦੀ ਤੁਲਨਾ ਵੱਡੇ ਵੱਡੇ ਫਿਲਾਸਫਰ ਨੇ ਇਸ ਤਰ੍ਹਾਂ ਕੀਤੀ ਹੈ ਕਿ ਉਹ ਸਾਰੀਆਂ ਇੱਛਾ ਪੂਰਨ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਇਹ ਮਤਲਬ ਜੋ ਭਾਈ ਵੀਰ ਸਿੰਘ ਜੀ ਦੀ ਡਿਕਸ਼ਨਰੀ ਵਿੱਚ ਹੈ। ਉਸ ਦੇ ਬਾਅਦ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਲੈ ਸਕਦੇ ਹਾਂ। ਤੇਗ ਬਹਾਦਰ, ਤੇਗ ਦਾ ਮਤਲਬ ਹੈ ਤਲਵਾਰ, ਬਹਾਦਰ ਦਾ ਮਤਲਬ ਹੈ ਵੀਰ। तो गुरु तेग बहादुर जी जो छोटे सन बड़ी बहादुरी नाल तेग चलाते सन, उन्हां दा नाम इस करके तेग बहादुर रखा गया सी कि तलवार दे धनी सन और बड़े वीर सन। गोबिंद, गुरु गोबिंद सिंह, तो गोबिंद दा मतलब है फिर धरती की पालना करने वाला, यानी सृष्टि की पालना करने वाला, अज्ञानता का अंधेरा दूर करने वाला। और सिंह का मतलब है शेर की तरह बहादुर। वो कितने बहादुर सन सारा जगत जानता है। तो ये दो तीन नाम आप जी ਨੂੰ ਦੱਸੇ ਹਨ। आप चाहो तो डिक्शनरी च सारे नाम दे मीनिंग भी देख सकते हो। और इस दे ऊपर एक छोटी जी बुक भी लिखी गई है, गुर जैसा नाही को देव। ਉਹਦੇ ਵਿੱਚ ਅਸੀਂ ਸਾਰੇ ਗੁਰੂਆਂ ਦੇ ਫੋਟੋਗ੍ਰਾਫਸ ਜੋ ਇੰਟਰਨੈਟ ਤੋਂ ਮਿਲੇ ਹਨ, ਉਹਨਾਂ ਦੇ ਨਾਮ ਔਰ ਉਹਨਾਂ ਦੇ ਮੀਨਿੰਗ ਲਿਖੇ ਹਨ, ਜਿਹੜੇ ਕਿ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਬੜੇ ਪਸੰਦ ਆਏ ਹਨ। ਇਹ ਸਿਰਫ ਆਪ ਜੀ ਦੇ ਗਿਆਤ ਲਈ ਹੈ। ਜੀ ਬਿਲਕੁਲ, ਜੇ ਅਸੀਂ ਗੁਰੂਆਂ ਦੇ ਜੀਵਨ ਤੇ ਝਾਤ ਪਾਈਏ ਤਾਂ ਸਾਨੂੰ ਵੱਖ-ਵੱਖ ਰੂਪਾਂ ਵਿੱਚ ਉਹਨਾਂ ਦੇ ਦਰਸ਼ਨ ਹੁੰਦੇ ਨੇ। ਕਈਆਂ ਦਾ ਰੂਪ ਸੱਚ ਵਿੱਚ ਆ ਜਾਂਦਾ ਹੈ ਸਾਹਮਣੇ, ਕਈਆਂ ਦਾ ਕਿਰਦਾਰ ਆਂਦਾ ਹੈ ਸ਼ੇਰ ਦੇ ਵਿੱਚ, ਬਹਾਦਰੀ ਵਿੱਚ, ਵੀਰ ਵਿੱਚ, ਤੇ ਕਈਆਂ ਦਾ ਕਿਰਦਾਰ ਆਂਦਾ ਹੈ ਤਿਆਗ ਵਿੱਚ, ਮੂਰਤੀ ਵਿੱਚ, ਸ਼ਰਧਾ ਵਿੱਚ, ਆਸਥਾ ਵਿੱਚ। ਸੋ ਵੱਖ-ਵੱਖ ਕਿਰਦਾਰ ਨੇ ਗੁਰੂ ਸਾਹਿਬਾਨ ਦੇ। ਜੇ ਅਸੀਂ ਉਹਨਾਂ ਦੇ ਜੀਵਨ ਤੇ ਝਾਤ ਪਾਈਏ ਤਾਂ ਨਾ ਸਿਰਫ ਉਹਨਾਂ ਦੇ ਸਾਨੂੰ ਜੀਵਨ ਫਲਸਫੇ ਬਾਰੇ ਪਤਾ ਚੱਲੇਗਾ, ਇਤਿਹਾਸਕ ਪਹਿਲੂਆਂ ਬਾਰੇ ਪਤਾ ਚੱਲੇਗਾ, ਬਲਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਦਾ ਮੌਕਾ ਵੀ ਮਿਲੇਗਾ। ਉਹਨਾਂ ਦੇ ਜੋ ਸਿੱਖਿਆਵਾਂ ਨੇ, ਉਹਨਾਂ ਦੇ ਜੋ ਜੀਵਨ ਹੈ, ਉਸ ਤੋਂ ਅਸੀਂ ਪ੍ਰੇਰਨਾ ਵੀ ਲੈ ਸਕਦੇ ਹਾਂ। ਸੋ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਗੁਰੂ ਦੀ ਇੰਪੋਰਟੈਂਸ ਬਾਰੇ ਅਸੀਂ ਜਾਣੀਏ ਕਿ ਸਾਡੇ ਜੀਵਨ ਵਿੱਚ ਗੁਰੂ ਦਾ ਮਹੱਤਵ ਹੈ ਕੀ, ਤੇ ਖਾਸ ਕਰਕੇ ਬੱਚਿਆਂ ਨੂੰ ਇਸ ਵੱਲ ਜ਼ਰੂਰ ਮੋੜੀਏ, ਜ਼ਰੂਰ ਪ੍ਰੇਰਿਤ ਕਰੀਏ। ਅਸੀਂ ਇੱਕ ਬ੍ਰੇਕ ਲਈ ਰੁਕ ਰਹੇ ਹਾਂ ਜੀ ਇੱਥੇ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਸਾਡੀ ਜੋ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ ਜੀ। ਸੰਗਤ ਜੀ, ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ। ਅੱਜ ਦੇ ਧਰਮ ਵਿਚਾਰ ਵਿੱਚ ਵਿਚਾਰਾਂ ਹੋ ਰਹੀਆਂ ਨੇ ਗੁਰੂ ਦੇ ਮਹੱਤਵ ਬਾਰੇ, ਤੇ ਵਿਸ਼ੇ ਤੇ ਵਿਚਾਰਾਂ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮੁੰਬਈ ਤੋਂ ਆਏ ਬੀਬੀ ਸਤਨਾਮ ਕੌਰ ਜੀ, ਜੋ ਕਿ ਸਾਬਕਾ ਅਧਿਆਪਕਾ ਵੀ ਨੇ, ਤੇ ਆਪ ਜੀ ਦਾ ਪਿਆਰ ਜੋ ਹੈ ਉਹ ਗੁਰਬਾਣੀ ਦੇ ਨਾਲ ਬੜਾ ਹੀ ਪਿਆਰ ਹੈ। ਤੇ ਕਿਉਂਕਿ ਆਪ ਜੀ ਦੀ ਦਿਲੀ ਇੱਛਾ ਹੈ ਕਿ ਜੋ ਸੁੱਖ, ਜੋ ਆਨੰਦ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੁੜਨ ਤੇ ਮਿਲਿਆ, ਉਹੀ ਸੁੱਖ ਤੇ ਆਨੰਦ ਦੀ ਸਾਰੇ ਪ੍ਰਾਪਤੀ ਕਰਨ। ਬੱਚਿਆਂ ਵੱਲ ਆਪ ਜੀ ਦਾ ਬੜਾ ਹੀ ਪਿਆਰ ਹੈ ਤੇ ਚਾਹੁੰਦੇ ਨੇ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਿਆ ਜਾਏ। ਸੋ
ਅੱਜ ਦੇ ਧਰਮ ਵਿਚਾਰ ਵਿੱਚ ਵੀ ਕੋਸ਼ਿਸ਼ ਹੋ ਰਹੀ ਹੈ ਕਿ ਬੱਚਿਆਂ ਨੂੰ ਦੱਸਿਆ ਜਾਏ ਕਿ ਗੁਰੂ ਕੌਣ ਹੈ, ਗੁਰੂ ਦੇ ਮਹੱਤਵ, ਜੋ ਗੁਰੂ ਦੀ ਇੰਪੋਰਟੈਂਸ ਹੈ ਉਹ ਜੀਵਨ ਵਿੱਚ ਹੈ ਕੀ, ਤੇ ਗੁਰੂਆਂ ਦਾ ਜੋ ਸਿੱਖ ਦੇ ਪ੍ਰਤੀ ਰਿਸ਼ਤਾ ਹੈ ਉਹ ਹੁੰਦਾ ਕੀ ਹੈ, ਤੇ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਸਾਂਝ ਪੈਂਦੀ ਹੈ। ਬੀਬੀ ਸਤਨਾਮ ਕੌਰ ਜੀ, ਤੁਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਦੱਸਿਆ ਸੀ ਕਿ ਗੁਰੂ ਕੌਣ ਹੈ, ਗੁਰੂ ਦਾ ਮੀਨਿੰਗ ਕੀ ਹੈ, ਗੁਰੂ ਦਾ ਮਹੱਤਵ ਕੀ, ਇੰਪੋਰਟੈਂਸ ਕੀ, ਗੁਰੂ ਦੇ ਨਾਮ ਵੀ ਤੁਸੀਂ ਦੱਸੇ ਬੱਚਿਆਂ ਨੂੰ ਦੱਸਣ ਦੇ ਲਈ। ਤੇ ਹੁਣ ਜਾਣਨਾ ਚਾਹਾਂਗੇ ਕਿ ਬੱਚਿਆਂ ਦੇ ਮਨ ਵਿੱਚ, ਕਿਉਂਕਿ ਬਾਲੜੀ ਅਵਸਥਾ ਹੁੰਦੀ ਹੈ, ਸ਼ੁਰੂ ਵਿੱਚ ਮਾਪੇ ਲੈ ਜਾਂਦੇ ਨੇ ਗੁਰਦੁਆਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਸ ਤਰ੍ਹਾਂ ਸਾਰੇ ਮੱਥਾ ਟੇਕਦੇ ਨੇ, ਉਹ ਵੀ ਵੇਖਾ ਵੇਖੀ ਮੱਥਾ ਟੇਕਦੇ ਨੇ, ਪਰ ਉਹ ਜਾਣ ਨਹੀਂ ਪਾਉਂਦੇ ਕਿ ਆਖਰ ਮੱਥਾ ਟੇਕਣਾ ਕਿਉਂ ਜ਼ਰੂਰੀ ਹੈ, ਮਤਲਬ ਕੀ ਹੈ ਇਸ ਦਾ। ਤੇ ਇਸ ਬਾਰੇ ਦੱਸੋ, ਤੇ ਗੁਰੂ ਦੀ ਉਸਤਤ ਕਰਨਾ, ਉਹਨਾਂ ਨੂੰ ਉਸ ਬਾਰੇ ਵੀ ਦੱਸੋ ਕਿ ਤਰੀਕਾ ਕੀ ਹੈ, ਕਿਉਂਕਿ ਕਈ ਬੱਚਿਆਂ ਦੇ ਵਿੱਚ, ਬੱਚਿਆਂ ਦੇ ਮਨਾਂ ਵਿੱਚ ਇੱਛਾਵਾਂ ਉੱਠਦੀਆਂ ਨੇ ਕਿ ਅਸੀਂ ਉਸਤਤ ਕਰਨੀ ਕਿਵੇਂ ਹੈ, ਕੀ ਕਿਉਂ ਕਰਨੀ ਹੈ, ਇਹ ਬੜਾ ਜ਼ਰੂਰੀ ਹੈ ਬੱਚਿਆਂ ਦਾ ਦੱਸਣਾ। गुरु की उस्तत करनी बड़ी ज़रूरी है। गुरु गुरु गुर कर मन मोर, गुरु बिना मैं नाई होर। तो अज असीं ये देखना है कि साडे जो 10 गुरु होए हन, इन्हां दी उस्तत किन्ना किन्ना ने कीती है और किहड़े किहड़े ढंग नाल कीती है। तो सब तो पहला साडे 10वें गुरु धन गुरु गोबिंद सिंह महाराज जी ने 9 गुरुआं दी उस्तत कीती है ਅਰਦਾਸ ਦੇ ਵਿੱਚ। ਅਸੀਂ ਸਾਰੇ ਰੋਜ਼ ਅਰਦਾਸ ਕਰਨੇ ਹਾਂ, ਪਰ ਅਸੀਂ ਬੱਚਿਆਂ ਨੂੰ ਇਹ ਸਮਝਾਣਾ ਹੈ ਕਿ ਅਰਦਾਸ ਦੇ ਪਹਿਲੇ ਜੋ ਪਦ ਹਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂਆਂ ਨੂੰ ਸੰਬੋਧਨ ਕਰਕੇ ਉਹਨਾਂ ਦੀ ਉਸਤਤ ਕੀਤੀ ਹੈ। ਉਹ ਆਪ ਜੀ ਨੂੰ ਸਰਵਨ ਕਰਾ ਰਹੇ ਹਾਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ रामदास से होई सहाय। हर जन हर गोबिंद नो सिमरो श्री हर राय। श्री हर कृष्ण ते आई है, जिस डिठे सब दुख जाय। तेग बहादुर सिमरिए, करनो निद आवे ताय। सब थाई होए सहाय, सब थाई होए सहाय। ਇਹ ਉਸਤਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਗੁਰੂਆਂ ਦੀ ਕੀਤੀ ਹੈ। ਉਸ ਦੇ ਬਾਅਦ ਭਾਈ ਗੁਰਦਾਸ ਜੀ ਨੇ ਗੁਰੂਆਂ ਦੀ ਉਸਤਤ ਕੀਤੀ ਹੈ। ਉਹਨਾਂ ਦੀ ਬਾਣੀ ਵਿੱਚ ਬਹੁਤ ਸਾਰੀ ਉਸਤਤ ਗੁਰੂਆਂ ਦੇ ਬਾਰੇ ਵਿੱਚ ਹੈ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਨ ਮੰਤਰ ਦ੍ਰਿੜਾਇਆ। ਭੋਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ। ਇਸ ਤਰ੍ਹਾਂ ਦੇ ਬਹੁਤ ਉਹਨਾਂ ਦਾ ਛੋਟਾ ਜਿਹਾ ਗ੍ਰੰਥ ਹੈ ਉਹਨਾਂ ਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ। ਉਸ ਦੇ ਵਿੱਚ ਗੁਰੂਆਂ ਦੀ ਉਸਤਤ ਉਹਨਾਂ ਨੇ ਕੀਤੀ ਹੈ ਬੜੇ ਪਿਆਰ ਦੇ ਨਾਲ, ਕਿਉਂਕਿ ਬੜੇ ਵਿਦਵਾਨ ਵੀ ਸਨ ਔਰ ਗੁਰੂ ਦਾ ਪਿਆਰ ਵੀ ਬੜਾ ਸੀ। ਐਕਚੁਅਲੀ ਉਸਤਤ ਕਰਨ ਵਾਸਤੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਹੈ। ਈਵਨ ਸੰਸਾਰ ਵਿੱਚ ਅਗਰ ਅਸੀਂ ਕਿਸੇ ਨੂੰ ਪ੍ਰੇਜ਼ ਕਰਨੇ ਆ ਤੇ ਉਹ ਜਿਹੜੀ ਪ੍ਰੇਜ਼ ਹੈ ਉਸ ਤੋਂ ਪਤਾ ਲੱਗਦਾ ਹੈ ਇਹ ਪਿਆਰ ਨਾਲ ਭੇਜੀ ਹੋਈ ਪ੍ਰੇਜ਼ ਹੈ ਕਿ ਸਿਰਫ ਉੱਪਰੋਂ ਉੱਪਰੋਂ ਹੈ ਜੀ। ਤੋ ਪ੍ਰੇਜ਼ ਕਰਨ ਦੇ ਨਾਲ ਫਾਇਦੇ ਵੀ ਬੜੇ ਹਨ। ਜਦੋਂ ਅਸੀਂ ਕਿਸੇ ਦੀ ਪ੍ਰੇਜ਼ ਕਰਨੇ ਆ ਸੰਸਾਰ ਵਿੱਚ, ਉਹਦੇ ਨਾਲ ਸਾਡੇ ਆਪਣੇ ਵਿਚਾਰ ਜਿਹੜੇ ਹਨ ਉਹ ਪਵਿੱਤਰ ਰਹਿੰਦੇ ਹਨ, ਦੂਸ਼ਿਤ ਨਹੀਂ ਹੁੰਦੇ, ਨੈਗੇਟਿਵ ਨਹੀਂ ਬਣਦੇ। तो उस्तत करनी, प्रेज करनी बड़ी ज़रूरी है। उस्तत मन में करण रंकार। गुरबानी दे विच बेशुमार पंक्तियां ने जिथे ईश्वर दी उस्तत लिखी है। उस दे बाद भाई गुरदास जी ने जो गुरुआं दी उस्तत कीती है। फिर भाई नंदलाल जी जो गुरु गोबिंद सिंह जी दे बड़े प्यारे सिख सन, उन्होंने गुरुआं दी उस्तत कीती है, पर वो फारसी भाषा विच है, उसनों समझण वास्ते टाइम लगता है और समझाने वास्ते भी टाइम लगता है। उस तो बाद भट्टां ने उस्तत कीती है। गुरु ग्रंथ साहब दे विच भट्टां दी बाणी है। भट्ट जो सन बड़े ही विद्वान सन, उन्होंने गुरुआं दी उस्तत किस तरह कीती है। एक छोटा जिहा शब्द जो सारे सिख जगत नूं आंदा है वो असीं गावांगे। गुरु रामदास राखो सरनाई, हम अवगुण भरे एक गुण नाही। अमृत छाड़ बिखे बिख खाई, माया मोह परम पै फूले। सुतदारा स्यों प्रीत लगाई, एक उत्तम पंथ सुन्यो गुर संगत। तह मिलंत जम त्रास मिटाई, एक अरदास पाठ कीरत की। गुरु रामदास राखो सरनाई। ये भट्टा ने
ਇਹ ਜੋ ਸਵਈਆ ਹੈ ਗੁਰੂ ਰਾਮਦਾਸ ਜੀ ਦੇ ਬਾਰੇ ਵਿੱਚ ਲਿਖਿਆ ਹੈ ਔਰ ਇਹਦੇ ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤ ਹੈ। ਆਪ ਸਾਰੇ ਰੋਜ਼ ਹੀ ਹਰਮੰਦਰ ਸਾਹਿਬ ਤੋਂ ਜੋ ਕੀਰਤਨ ਦਾ ਪ੍ਰਸਾਰਣ ਦੇਖਦੇ ਹੋ, ਇਹ ਸ਼ਬਦ ਅਕਸਰ ਰੋਜ਼ ਗਾਇਆ ਜਾਂਦਾ ਹੈ। ਔਰ ਈਵਨ ਜੋ ਚਾਨਣੀ ਹੈ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਉੱਪਰ, ਉਹਦੇ ਵਿੱਚ ਵੀ ਇਹ ਲਾਈਨ ਕਾਫੀ ਵਾਰੀ ਅਸੀਂ ਦੇਖ ਸਕਦੇ ਹਾਂ, ਗੁਰੂ ਰਾਮਦਾਸ ਰਾਖੋ ਸਰਨਾਈ। ਇਸ ਤਰ੍ਹਾਂ ਹੀ ਭੱਟਾ ਨੇ ਗੁਰੂ ਅੰਗਦ ਸਾਹਿਬ ਦੇ ਬਾਰੇ ਵਿੱਚ ਜੋ ਉਸਤਤ ਕੀਤੀ ਹੈ, ਉਹ ਮੈਂ ਆਪ ਜੀ ਨੂੰ ਲਾਈਨ ਸੁਣਾਵਾਂਗੀ ਜਿਹੜੀ ਸਾਰਿਆਂ ਨੂੰ ਆਉਂਦੀ ਹੈ। ਸੋ ਕਹੋ ਟਲ ਗੁਰ ਸੇਵੀਏ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁਖ ਜਾਏ। ਇਹ ਭੱਟਾ ਨੇ ਉਸਤਤ ਗੁਰੂ ਅੰਗਦ ਸਾਹਿਬ ਦੀ ਕੀਤੀ ਹੈ। ਇਸ ਤਰ੍ਹਾਂ ਹੋਰ ਗੁਰੂਆਂ ਦੇ ਬਾਰੇ ਵਿੱਚ ਉਸਤਤ ਕੀਤੀ ਹੈ ਜੋ ਅਸੀਂ ਅੰਮ੍ਰਿਤ ਕੀਰਤਨ ਵਿੱਚ ਵੀ ਪੜ੍ਹ ਸਕਦੇ ਹਾਂ। ਇਸ ਦੇ ਬਾਅਦ ਸਾਡੇ ਸਿੱਖ ਧਰਮ ਵਿੱਚ ਇੱਕ ਬੜੇ ਮਹਾਨ ਵਿਦਵਾਨ ਹੋਏ ਹਨ, ਭਾਈ ਸੰਤੋਖ ਸਿੰਘ ਜੀ। ਅੱਜ ਕੱਲ੍ਹ ਦੇ ਸਮਾਜ ਨੂੰ ਸ਼ਾਇਦ ਇਹ ਨਾਮ ਪਤਾ ਨਹੀਂ ਹੈ, ਪਰ ਇਹਨਾਂ ਨੇ ਸਿੱਖ ਧਰਮ ਦੀ ਬੜੀ ਸੇਵਾ ਕੀਤੀ ਹੈ ਇਤਿਹਾਸ ਲਿਖ ਕੇ। ਤੋ ਇਹਨਾਂ ਨੇ ਗੁਰੂਆਂ ਦੀ ਜੋ ਉਸਤਤ ਕੀਤੀ ਹੈ ਉਹ ਬੜੀ ਪਿਆਰ ਵਾਲੀ ਹੈ, ਉਹਦੇ ਵਿੱਚ ਇਤਨਾ ਰਸ ਹੈ, ਉਹ ਮੈਂ ਆਪ ਜੀ ਨੂੰ ਸੁਣਾਵਾਂਗੀ। ਗੁਰੂ ਨਾਨਕ ਪਗ ਪੰਕਜ ਬੰਦਨ, ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੇ ਨਿਤ ਧਿਆਇਓ, ਹਿਰਦੇ ਨਿਤ ਧਿਆਇਓ, ਸ੍ਰੀ ਗੁਰੂ ਰਾਮਦਾਸ ਗੁਣ ਗਾਇਓ, ਗੁਰੂ ਅਰਜਨ ਬੇਗਨਨ ਕੇ ਨਾਸਕ, ਬੇਗਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਮਤ ਪ੍ਰਗਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰ ਕ੍ਰਿਸ਼ਨ ਮਨਾਇਓ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਇਹ ਉਪਮਾ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਹੈ। ਜੋ ਪੁਰਾਣੇ ਸਿੱਖ ਹਨ ਜਾਂ ਸਿੱਖ ਬੀਬੀਆਂ ਹਨ, ਉਹਨਾਂ ਨੂੰ ਇਸ ਚੀਜ਼ ਦਾ ਅੱਛੀ ਤਰ੍ਹਾਂ ਪਤਾ ਹੈ ਕਿ ਗੁਰਦੁਆਰਿਆਂ ਵਿੱਚ ਜਦੋਂ ਰਾਤ ਨੂੰ ਕਥਾ ਹੁੰਦੀ ਸੀ, ਜਾਂ ਹੁਣ ਵੀ ਜਿਸ ਜਿਸ ਗੁਰਦੁਆਰੇ ਵਿੱਚ ਕਥਾ ਹੁੰਦੀ ਹੈ, ਤਾਂ ਕਥਾ ਤੋਂ ਪਹਿਲਾਂ ਇਹ ਵੰਦਨਾ ਕੀਤੀ ਜਾਂਦੀ ਹੈ ਗੁਰੂਆਂ ਦੇ ਵਾਸਤੇ, ਜੋ ਅਸੀਂ ਬਚਪਨ ਵਿੱਚ ਸੁਣਦੇ ਹੁੰਦੇ ਸੀ। ਜਦੋਂ ਅਸੀਂ ਛੋਟੇ ਸੀ, ਮੈਂ ਬੱਚਿਆਂ ਨਾਲ ਕਿਉਂ ਇਸ ਕਰਕੇ ਜ਼ਿਆਦਾ ਧਿਆਨ ਰੱਖਨੀ ਆ ਕਿ ਜਦੋਂ ਮੈਂ ਛੋਟੀ ਸਾਂ, 5 ਸਾਲ ਦੀ 4 ਸਾਲ ਦੀ, ਉਦੋਂ ਰਾਤ ਨੂੰ ਜਦੋਂ ਗੁਰਦੁਆਰੇ ਕਥਾ ਸੁਣਨ ਜਾਂਦੀ ਸਾਂ, ਤੇ ਇਹ ਬੰਦਨਾ ਸੁਣ ਕੇ ਮੈਨੂੰ ਬੜਾ ਅੱਛਾ ਲੱਗਦਾ ਸੀ। ਔਰ ਆਪ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਬੰਦਨਾ ਮੈਨੂੰ ਬਚਪਨ ਦੀ ਯਾਦ ਹੈ, ਜਿਹੜੀ ਅਜੇ ਤੱਕ ਭੁੱਲੀ ਨਹੀਂ ਮੈਨੂੰ। ਜੀ ਬਿਲਕੁਲ, ਇਹੀ ਅਸੀਂ ਕਹਿ ਰਹੇ ਹਾਂ ਕਿ ਬਚਪਨ ਤੇ ਜੇ ਬਚਪਨ ਵਿੱਚ ਹੀ ਬੱਚਿਆਂ ਨੂੰ ਗੁਰੂ ਪ੍ਰਤੀ ਜੋੜਤਾ ਜਾਏ, ਗੁਰੂ ਦੀ ਮਹੱਤਵ ਬਾਰੇ ਦੱਸਿਆ ਜਾਏ, ਤੇ ਉਹੀ ਜੋ ਵਿਚਾਰਧਾਰਾ ਜੋ ਬਚਪਨ ਵਿੱਚ ਉਹਨਾਂ ਦੇ ਮਨ ਵਿੱਚ, ਜ਼ਿਹਨ ਵਿੱਚ ਬੈਠ ਜਾਂਦੀ ਹੈ, ਉਹ ਫਿਰ ਪੂਰੀ ਜ਼ਿੰਦਗੀ ਉਹਨਾਂ ਦੇ ਨਾਲ ਰਹਿੰਦੀ ਹੈ। ਕਿਉਂਕਿ ਕਹਿੰਦੇ ਨੇ ਕਿ ਬੱਚੇ ਚਿਕਨੀ ਘੜੀ ਦੇ ਮਿੱਟੀ ਹੁੰਦੇ ਨੇ, ਜਿਸ ਤਰ੍ਹਾਂ ਜਿਸ ਸਾਂਚੇ ਵਿੱਚ ਢਾਲੋ ਬੱਚੇ ਢਲ ਜਾਂਦੇ ਨੇ। ਜੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੀਏ ਤੇ ਉਹ ਕਿਉਂ ਨਾ ਹੀ ਫਿਰ ਪੂਰੀ ਜ਼ਿੰਦਗੀ ਗੁਰੂ ਦੇ ਪਿਆਰ ਵਿੱਚ ਡੁੱਬੇ ਰਹਿਣਗੇ, ਗੁਰੂ ਦੀ ਉਪਮਾ ਕਰਦੇ ਰਹਿਣਗੇ, ਗੁਰੂ ਦੀ ਉਸਤਤ ਕਰਦੇ ਰਹਿਣਗੇ। ਸੋ ਆਪਣੇ ਜੋ ਸ਼ਬਦ ਨੇ, ਅਸੀਂ ਜੋ ਪਰਮਾਤਮਾ ਨੂੰ ਉਸਤਤ ਕਰਨ ਦੇ ਤਰੀਕੇ ਨੇ, ਉਹ ਭਾਵੇਂ ਅਸੀਂ ਕਵਿਤਾਵਾਂ ਦੇ ਜ਼ਰੀਏ ਕਰੀਏ, ਭਾਵੇਂ ਅਸੀਂ ਉਹਦੀ ਉਪਮਾ ਗਾ ਕੇ ਕਰੀਏ, ਭਾਵੇਂ ਕਿਸੇ ਗਾਇਨ ਸ਼ੈਲੀ ਦੇ ਕਰੀਏ, ਭਾਵੇਂ ਅਰਦਾਸ ਦੇ ਜ਼ਰੀਏ ਕਰੀਏ, ਮਤਲਬ ਇੱਕੋ ਹੈ ਕਿ ਅਸੀਂ ਪਰਮਾਤਮਾ ਦੀ ਉਸਤਤ ਕਰਨੀ ਹੈ, ਪਰਮਾਤਮਾ ਨੂੰ ਅਸੀਂ ਯਾਦ ਕਰ ਰਹੇ ਹਾਂ ਮਨ ਦੇ ਨਾਲ। ਤੇ ਕਈ ਬੱਚਿਆਂ ਦੇ ਮਨ ਵਿੱਚ ਇਹ ਵੀ ਸਵਾਲ ਉੱਠਦਾ ਹੈ ਕਿ ਸਾਡਾ ਗੁਰੂ ਕਰਦਾ ਕੀ ਹੈ, ਤੇ ਇਸ ਬਾਰੇ ਦੱਸੋ। ਇਹ ਸਵਾਲ ਤੇ ਹਰ ਇੱਕ ਬੱਚਾ ਹੀ ਕਰਦਾ ਹੈ ਜਦੋਂ ਬੱਚਿਆਂ ਨੂੰ ਗੁਰੂ ਦੇ ਬਾਰੇ ਵਿੱਚ ਸਮਝਾਉਂਦੇ ਆ, ਜਾਂ ਜੋ ਸਾਡੇ ਧਰਮ ਦਾ ਪ੍ਰਣ ਹੈ ਅੰਮ੍ਰਿਤ। ਕੋਈ ਕਹਿੰਦੇ ਨੇ ਗੁਰੂ ਕੀ ਕਰਦਾ, ਅਸੀਂ ਅੱਛੇ ਇਨਸਾਨ ਆ, ਬਸ ਹੋ ਗਿਆ। ਤਾਂ ਗੁਰੂ ਸਾਡੇ ਵਾਸਤੇ ਕੀ ਕਰਦਾ ਹੈ, ਇੱਕ ਬੜਾ ਹੀ ਇੰਪੋਰਟੈਂਟ ਸਵਾਲ ਹੈ। ਗੁਰੂ ਸਭ ਤੋਂ ਪਹਿਲਾਂ ਅਗਿਆਨਤਾ ਦਾ ਅੰਧੇਰਾ ਦੂਰ ਕਰਦਾ ਹੈ।
ਜੋ ਮਨ ਵਿੱਚ ਬੁਰਾਈਆਂ ਹਨ ਉਸ ਨੂੰ ਕੱਢਦਾ ਹੈ। ਇਹ ਤੇ ਮੇਨ ਤੇ ਇਹੀ ਹੈ। ਉਸ ਨੂੰ ਅਸੀਂ ਥੋੜਾ ਜਿਹਾ ਹੋਰ ਬੱਚਿਆਂ ਨੂੰ ਵਿਸਤਾਰ ਨਾਲ ਇਸ ਤਰ੍ਹਾਂ ਸਮਝਾਉਣਾ ਹੈ ਕਿ ਗੁਰੂ ਮਨ ਦਾ ਅੰਧੇਰਾ ਦੂਰ ਕਰਦਾ ਹੈ, ਉਸ ਦੇ ਨਾਲ ਨਾਲ ਗੁਰੂ ਸਾਡੇ ਤੇ ਕਿਰਪਾ ਕਰਦਾ ਹੈ। ਜੀ ਜਦੋਂ ਕਿਰਪਾ ਕਰਦਾ ਹੈ ਫਿਰ ਅੰਧੇਰਾ ਦੂਰ ਹੁੰਦਾ ਹੈ। ਉਸ ਦੇ ਨਾਲ ਨਾਲ ਗੁਰੂ ਹੋਰ ਕਿਰਪਾ ਕੀ ਕਰਦਾ ਹੈ, ਸਾਨੂੰ ਵਿਵੇਕ ਬੁੱਧੀ ਦਿੰਦਾ ਹੈ। ਕਿਉਂਕਿ ਜਦੋਂ ਸਾਡੀ ਬੁੱਧੀ ਠੀਕ ਹੈ, ਗੁਰੂ ਦੀ ਮੱਤ ਹੈ, ਤਾਂ ਸਾਡੇ ਸਾਰੇ ਕੰਮ ਠੀਕ ਹੁੰਦੇ ਹਨ। ਜਦੋਂ ਸਾਡੇ ਕੋਲ ਗੁਰੂ ਦੀ ਮੱਤ ਨਹੀਂ ਹੈ ਤਾਂ ਸਾਡੇ ਸਾਰੇ ਕੰਮ ਗਲਤ ਹੁੰਦੇ ਹਨ, ਫਿਰ ਅਸੀਂ ਸੁੱਖ ਨਹੀਂ ਹਾਸਲ ਕਰ ਸਕਦੇ। ਤੇ ਗੁਰੂ ਵਿਵੇਕ ਬੁੱਧੀ ਦਿੰਦਾ ਹੈ, ਗੁਰੂ ਸਾਡੇ ਡਰ ਦੂਰ ਕਰਦਾ ਹੈ। ਨਿਰਭਉ ਜਪੇ ਸਗਲ ਭਉ ਮਿਟੇ। ਜੀ तो गुरु डर दूर करता है। अजकल के बच्चों ਨੂੰ कितना डर है। कुछ कुछ बच्चे रात ਨੂੰ ਬਾਥਰੂਮ ਵੀ ਇਕੱਲੇ ਨਹੀਂ ਜਾ ਸਕਦੇ, ਡਰ ਲੱਗਦਾ ਹੈ, ਭੂਤ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਸਿੱਖ ਬੱਚੇ ਕਰਦੇ ਨੇ, ਜਿਹੜਾ ਕਿ ਸੁਣ ਕੇ ਬੜਾ ਮਨ ਨੂੰ ਖੁਸ਼ੀ ਨਹੀਂ ਹੁੰਦੀ। ਤਾਂ ਗੁਰੂ ਡਰ ਦੂਰ ਕਰਦਾ ਹੈ, ਗੁਰੂ ਇਕਾਗਰਤਾ ਦਿੰਦਾ ਹੈ। ਅੱਜ ਕੱਲ ਦਾ ਬੱਚਾ ਪੜ੍ਹਾਈ ਨਹੀਂ ਕਰ ਸਕਦਾ, ਤਾਂ ਇਕਾਗਰਤਾ ਗੁਰੂ ਦੀ ਬਾਣੀ ਪੜ੍ਹਨ ਦੇ ਨਾਲ ਜਾਂ ਗੁਰੂ ਅੱਗੇ ਅਰਦਾਸ ਕਰਨ ਦੇ ਨਾਲ ਹੀ ਹਾਸਲ ਹੁੰਦੀ ਹੈ। तो ये सब पॉइंट्स बच्चों ਨੂੰ अच्छे लगते हैं ਜਦੋਂ ਉਹਨਾਂ ਨੂੰ लॉजिक दसो ना कि गुरु साडे वास्ते की करता है। और गुरु सानू सही मार्ग ते चलांदा है, कदे गलत मार्ग ते नहीं चलांदा। और अगर कदे गलत मार्ग ते चले भी जाइए तो गुरु सानू खिंच लैंदा है। किस तरह खिंचदा है? पहले ते गुरबानी दी पंक्ति है, भोले मार्ग जिन्हें बताया ऐसा गुरु वडभागी पाया। और दूसरी एक बड़ी मशहूर ਪ੍ਰਸਿੱਧ ਸਾਖੀ ਹੈ ਭਾਈ ਜੋਗਾ ਸਿੰਘ ਜੀ। ਜਦੋਂ ਭਾਈ ਜੋਗਾ ਸਿੰਘ ਜੀ ਗਲਤ ਰਸਤੇ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਰਾਤ ਭਰ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਵਾਚਮੈਨ ਬਣ ਕੇ ਉਹਨਾਂ ਨੂੰ ਉੱਥੋਂ ਬਚਾਇਆ, ਉੱਥੇ ਜਾਣ ਨਹੀਂ ਦਿੱਤਾ। ਇਹ ਹੈ ਗੁਰੂ ਦਾ ਕੰਮ ਕਿ ਸਾਨੂੰ ਗਲਤ ਰਸਤੇ ਤੇ ਜਾਣ ਨਹੀਂ ਦਿੰਦਾ। ਅੱਜ ਕਿਉਂਕਿ ਅਸੀਂ ਗੁਰੂ ਨੂੰ ਆਪਣੇ ਕੋਲ ਰੱਖਦੇ ਨਹੀਂ ਹਾਂ, ਗੁਰੂ ਦੀ ਕੋਈ ਜ਼ਰੂਰਤ ਨਹੀਂ ਸਮਝਦੇ, ਇਸ ਕਰਕੇ ਗਲਤ ਰਸਤੇ ਤੇ ਚਲੇ ਜਾਂਦੇ ਹਾਂ। ਕਿਉਂਕਿ ਕਹਿਣਾ ਪੈਂਦਾ ਹੈ ਨਾ वे गुरु जी मेरी रक्षा करो। गुरु भी ਤਾਂ ਹੀ रक्षा करते ने, गुरु दे बन जाइए थे जी। तो सारे काम ਅਸੀਂ ਕਰਦੇ ਹਾਂ ਸੰਸਾਰ ਦੇ, ਗਲਤੀਆਂ ਬੜੀਆਂ ਹੁੰਦੀਆਂ ਨੇ। ਪਰ ਜਿਨ੍ਹਾਂ ਨੇ ਗੁਰੂ ਨੂੰ ਅਪਣਾ ਲਿਆ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਬਣਾ ਲਿਆ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਕੋਲ ਰੱਖਿਆ ਹੈ, ਫਿਰ ਗੁਰੂ ਕਿਸ ਤਰ੍ਹਾਂ ਉਹਨਾਂ ਦੀ ਸੰਭਾਲ ਕਰਦਾ ਹੈ, ਇਹ ਤੇ ਗੁਰੂ ਵਾਲੇ ਦੱਸ ਸਕਦੇ ਹਨ। ਇਹ ਚੀਜ਼ਾਂ ਦਿਖਾਈਆਂ ਨਹੀਂ ਜਾ ਸਕਦੀਆਂ, ਅਨੁਭਵ ਕੀਤੀਆਂ ਜਾ ਸਕਦੀਆਂ ਨੇ ਕਿ ਗੁਰੂ ਕੀ ਕਰਦਾ ਹੈ। ਫਿਰ ਗੁਰੂ ਸਾਡੀ ਪ੍ਰੋਟੈਕਸ਼ਨ ਕਰਦਾ ਹੈ, रक्षा करता है, हर घड़ी रक्षा करता है। जीवन दे ऐसे ऐसे करिश्मे ਹਨ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ ਕਿ ਗੁਰੂ ਕਿਸ ਤਰ੍ਹਾਂ ਰੱਖਿਆ ਕਰਦਾ ਹੈ। ਛੋਟੀਆਂ ਛੋਟੀਆਂ ਗੱਲਾਂ ਆਪ ਜੀ ਨਾਲ ਵੀ ਵਾਪਰੀਆਂ ਹੋਣਗੀਆਂ ਕਿ ਇੱਕ ਵਾਰੀ ਮੈਂ ਬਾਜ਼ਾਰ ਵਿੱਚ ਖੜੀ ਸੀ ਰੇੜੀ ਵਾਲੇ ਦੇ ਕੋਲ, ਔਰ ਮੇਰੇ ਪੈਰ ਨੂੰ ਠੁੱਡਾ ਲੱਗਾ, ਮੈਂ ਥੱਲੇ ਡਿੱਗ ਪਈ। ਔਰ ਮੇਰੇ ਡਿੱਗਣ ਦੇ ਉਤਨੇ ਟਾਈਮ ਦੇ ਵਿੱਚ ਉੱਥੋਂ ਬਹੁਤ ਸਾਰੇ ਲੋਕ ਲੋਹੇ ਦੀਆਂ ਸਲੀਆਂ ਲੈ ਕੇ ਲੰਘ ਰਹੇ ਸਨ। ਔਰ ਅਗਰ ਮੈਂ ਨਾ ਡਿੱਗਦੀ ਤੇ ਉਹ ਡਾਇਰੈਕਟ ਮੇਰੀਆਂ ਅੱਖਾਂ ਵਿੱਚ ਲੱਗਣੀਆਂ ਸਨ। ਤਾਂ ਉਸ ਚੀਜ਼ ਨੇ ਮੈਨੂੰ ਇੰਨਾ ਭਾਵੁਕ ਕਰ ਦਿੱਤਾ ਕਿ ਗੁਰੂ ਕਿਸ ਤਰ੍ਹਾਂ ਰੱਖਿਆ ਕਰਦਾ ਹੈ। ਯਾਨੀ ਉਸ ਵੇਲੇ ਮੇਰਾ ਡਿੱਗਣਾ ਇੰਨਾ ਜ਼ਰੂਰੀ ਸੀ, ਨਹੀਂ ਤੇ ਮੇਰੀ ਹਾਲਤ ਬਹੁਤ ਖਰਾਬ ਹੋਣੀ ਸੀ। ਤਾਂ ਇਸ ਤਰ੍ਹਾਂ ਦੇ ਮੈਂ ਆਪਣੇ ਲਾਈਫ ਦੇ ਐਗਜ਼ਾਮਪਲ ਜਦੋਂ ਬੱਚਿਆਂ ਨੂੰ ਦੇਣੀ ਆ, ਬੜੇ ਖੁਸ਼ ਹੁੰਦੇ ਨੇ, ਦੇ ਰੀਲੀ ਫੀਲ ਹੈਪੀ। ਫਿਰ ਗੁਰੂ ਸਾਡੇ ਅੰਗ ਸੰਗ, ਚੀਜ਼ਾਂ ਤੇ ਉਹ ਹੀ ਨੇ ਸਾਰੀਆਂ, ਪਰ ਬੱਚਿਆਂ ਨੂੰ ਸਮਝਾਉਣ ਵਾਸਤੇ ਥੋੜਾ ਐਕਸਪਲੇਨ ਕਰਨਾ ਪੈਂਦਾ। ਅੰਗ ਸੰਗ, ਆਪ ਸਾਰੇ ਸ਼ਬਦ ਗਾਉਂਦੇ ਹੋ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਗੁਰੂ ਦੇ ਨਾਲ ਹੈ, ਪਰ ਉਹਨੂੰ ਮਹਿਸੂਸ ਕਰਨਾ ਹੈ, ਉਹਨੂੰ ਬੁਲਾਣਾ ਹੈ। ਤੁਸੀਂ ਦੇਖੋ ਕਿਸੇ ਫਰੈਂਡ ਨੂੰ ਜਦ ਤੱਕ ਤੁਸੀਂ ਬੁਲਾਓਗੇ ਨਹੀਂ, ਅੱਜ ਕੱਲ ਤੇ ਨਹੀਂ ਬੋਲਣਗੇ। ਇਸ ਤਰ੍ਹਾਂ ਗੁਰੂ ਨੂੰ ਵੀ ਬੁਲਾਣਾ ਪੈਂਦਾ ਹੈ ਕਿ ਗੁਰੂ ਜੀ ਮੇਰੇ ਨਾਲ ਹੋ, ਤੁਸੀਂ ਸਦਾ ਹੀ ਨਾਲ ਹੋ। ਗੁਰੂ ਸਦਾ ਮੇਰੇ ਨਾਲ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਸ ਦੇ ਬਾਅਦ ਗੁਰੂ ਸਾਨੂੰ ਨਿਰਵੈਰ ਬਣਾਉਂਦਾ ਹੈ, ਨਿਰਵੈਰ ਬਣਾਉਂਦਾ ਹੈ ਕਿ ਕਿਸੇ ਨਾਲ ਵੈਰ ਨਹੀਂ ਕਰਦਾ। ਉਹਦੇ ਵਾਸਤੇ ਗੁਰਬਾਣੀ ਦੀ ਬੜੀ ਸੁੰਦਰ ਪੰਕਤੀ ਹੈ, ਨਾ ਕੋ ਬੈਰੀ ਨਾ ਹੈ ਬੇਗਾਨਾ। ਤਾਂ ਜਦੋਂ ਈਵਨ ਇਸ ਪੰਕਤੀ ਦਾ ਅਸੀਂ ਜਾਪ ਕਰਾਂਗੇ ਦਿਨ ਵਿੱਚ 5 ਵਾਰੀ 6 ਵਾਰੀ 8 ਵਾਰੀ, ਤੇ ਤੁਸੀਂ ਕਰਕੇ ਦੇਖੋ, ਕੁਛ ਦਿਨਾਂ ਬਾਅਦ ਲੱਗੇਗਾ ਕਿ ਕੋਈ ਵੈਰੀ ਹੈ ਹੀ ਨਹੀਂ, ਸਾਰੇ ਆਪਣੇ ਨੇ। ਫਿਰ ਸਾਰਿਆਂ ਨੂੰ ਪਿਆਰ ਕਰਨ ਤੇ ਦਿਲ ਕਰਦਾ ਹੈ, ਸਾਰਿਆਂ ਨੂੰ ਦੇਣ ਤੇ ਦਿਲ ਕਰਦਾ ਹੈ, ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰੀਏ ਸਾਰਿਆਂ ਦਾ ਭਲਾ ਕਰਨ ਤੇ ਦਿਲ ਕਰਦਾ ਹੈ। ਇਹ ਫਿਰ ਮਨ ਦੇ ਵਿੱਚੋਂ ਉਮੰਗ ਪੈਦਾ ਹੁੰਦੀ ਹੈ ਜਦੋਂ ਸਾਨੂੰ ਗੁਰੂ ਨਿਰਵੈਰ ਬਣਾ ਦਿੰਦਾ ਹੈ। ਔਰ ਇਹ ਕੁਆਲਿਟੀ ਗੁਰੂ ਦੀ ਹੈ ਕਿ ਸਾਨੂੰ ਨਿਰਵੈਰ ਬਣਾਉਂਦਾ ਹੈ। ਉਸ ਦੇ ਬਾਅਦ
ਗੁਰੂ ਸਾਨੂੰ ਡਿਸਪਲਨ ਵਿੱਚ ਰਹਿਣਾ ਸਿਖਾਉਂਦਾ ਹੈ, ਜੀ ਕਿਉਂਕਿ ਅੱਜ ਦਾ ਜੋ ਇਨਸਾਨ ਹੈ ਉਹਨੂੰ ਡਿਸਪਲਨ ਦੀ ਬੜੀ ਲੋੜ ਹੈ। ਗੁਰੂ ਡਿਸਪਲਨ ਕਿਸ ਤਰ੍ਹਾਂ ਸਿਖਾਉਂਦਾ ਹੈ? ਸਾਡੀਆਂ ਭੁੱਖਾਂ ਤੇ ਕੰਟਰੋਲ ਆ ਜਾਂਦਾ ਹੈ। ਕਿਤੇ ਵੀ ਪਾਰਟੀ ਤੇ ਜਾਈਏ, ਬੜੇ ਖਾਣੇ ਹੁੰਦੇ ਨੇ, ਦਿਲ ਕਰਦਾ ਸਭ ਕੁਝ ਖਾ ਲਈਏ, ਔਰ ਸਭ ਕੁਝ ਖਾਣ ਦੇ ਨਾਲੋਂ ਵੀ ਜ਼ਿਆਦਾ ਤੋਂ ਜ਼ਿਆਦਾ ਕੁਆਂਟੀਟੀ ਅਸੀਂ ਖਾਂਦੇ ਹਾਂ। ਜੀ ਪਰ ਜਦੋਂ ਗੁਰੂ ਸਾਡੇ ਨਾਲ ਹੈ, ਗੁਰੂ ਦੀ ਮੱਤ ਸਾਡੇ ਨਾਲ ਹੈ, ਗੁਰੂ ਦੀ ਕਿਰਪਾ ਸਾਡੇ ਨਾਲ ਹੈ, ਗੁਰੂ ਦੀ ਰਹਿਮਤ ਔਰ ਬਰਕਤ ਸਾਡੇ ਨਾਲ ਹੈ, ਸਾਡੇ ਮਨ ਨੂੰ ਤੁਰੰਤ ਖਿਆਲ ਆ ਜਾਏਗਾ, ਨਹੀਂ ਮੈਂ ਇਹ ਖਾਣਾ ਹੈ ਜਾਂ ਇਹ ਨਹੀਂ ਖਾਣਾ। ਜਿਵੇਂ ਮੈਂ ਕਦੇ ਜਾਵਾਂ ਪਾਰਟੀ ਤੇ ਮੈਂ ਪਹਿਲੇ ਸਾਰਾ ਦੇਖ ਲੈਣੀ ਆ ਕਿ ਮੇਰੀ ਹੈਲਥ ਵਾਸਤੇ ਕਿਹੜੀ ਚੀਜ਼ ਠੀਕ ਹੈ, ਉਹ ਹੀ ਲੈ ਲੈਣੀ ਆ। ਉਹ ਆਪਣਾ ਡਿਸਪਲਨ ਗੁਰੂ ਸਿਖਾਉਂਦਾ ਹੈ। ਖਾਣ ਦਾ ਡਿਸਪਲਨ ਹੈ, ਪੀਣ ਦਾ ਡਿਸਪਲਨ ਹੈ। ਅੱਜ ਕਿੰਨੇ ਡਰਿੰਕਸ ਹਨ ਜਿਹੜੇ ਪੀ ਕੇ ਬੱਚੇ ਨੁਕਸਾਨ ਵਿੱਚ ਜਾ ਰਹੇ ਹਨ, ਤਕਲੀਫ ਵਿੱਚ ਜਾ ਰਹੇ ਹਨ, ਜਿਹੜੇ ਕਿ ਸਿਹਤ ਵਾਸਤੇ ਠੀਕ ਨਹੀਂ ਹਨ। ਪਰ ਉਹ ਕੰਟਰੋਲ, ਉਹ ਡਿਸਪਲਨ ਗੁਰੂ ਹੀ ਦਿੰਦਾ ਹੈ। ਅਸੀਂ ਆਪਣੇ ਆਪ, ਐਸਾ ਕੋਈ ਸਕੂਲ ਨਹੀਂ ਹੈ ਜਿਹੜਾ ਸਾਨੂੰ ਡਿਸਪਲਨ ਵਿੱਚ ਰਹਿਣਾ ਸਿਖਾਏ, ਉਹ ਗੁਰੂ ਹੀ ਸਿਖਾ ਸਕਦਾ ਹੈ। ਭੁੱਖਾਂ ਮਿਟ ਜਾਂਦੀਆਂ ਨੇ, ਦੁੱਖ ਮਿਟ ਜਾਂਦੇ ਹਨ, ਫਿਰ ਕੋਈ ਮੰਗਾ ਹੀ ਨਹੀਂ ਰਹਿੰਦੀਆਂ ਵੀ ਜੋ ਹੈ ਠੀਕ ਹੈ, ਵਧੀਆ ਹੈ। ਅਕਸਰ ਅਸੀਂ ਹੋਰ 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 ਮੰਗਦੇ ਹਾਂ। ਉਹਦਾ ਕਾਰਨ ਕੀ ਹੈ? ਕਿਉਂਕਿ ਗੁਰੂ ਸਾਡੇ ਕੋਲ ਨਹੀਂ ਹੈ। ਮਾਰਗ ਤੇ ਗੁਰੂ ਨੇ ਦਿਖਾਣਾ ਹੈ। ਤਾਂ ਗੁਰੂ ਸਭ ਤੋਂ ਵੱਡਾ ਕੰਮ ਇਹ ਹੈ ਕਿ ਸਾਨੂੰ ਡਿਸਪਲਨ ਵਿੱਚ ਰਹਿਣਾ ਸਿਖਾਉਂਦਾ ਹੈ। ਜੀ ਇੱਕ ਸੋਝੀ ਆ ਜਾਂਦੀ ਹੈ ਸੋਝੀ ਆ ਕਿ ਅਸੀਂ ਜਾਂਦੀ। ਕਰਨਾ ਕੀ ਹੈ। ਸੋ ਬੜਾ ਹੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਦੱਸਿਆ ਜਾਏ ਕਿ ਗੁਰੂ ਕਰਦਾ ਕਿ, ਜਿਸ ਤਰ੍ਹਾਂ ਕਿ ਬੱਚਿਆਂ ਦੇ ਮਨ ਵਿੱਚ ਸਵਾਲ ਉੱਠਦੇ ਨੇ ਗੁਰੂ ਕਰਦਾ ਕਿ, ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੀਦਾ ਹੈ ਕਿ ਗੁਰੂ ਇੱਕ, ਜਿਸ ਤਰ੍ਹਾਂ ਕਿ ਤੁਹਾਡੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੁਖੀ ਤੁਹਾਡਾ ਪਿਤਾ ਹੈ, ਉਸੇ ਤਰ੍ਹਾਂ ਹੀ ਇਸ ਪੂਰੇ ਸਮਾਜ ਦਾ, ਪੂਰੀ ਦੁਨੀਆ ਦਾ ਪਿਤਾ ਉਹ ਆਪ ਪਰਮੇਸ਼ਵਰ ਹੈ, ਆਪ ਪਰਮਾਤਮਾ ਹੈ, ਤੇ ਉਹੀ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਨੇ ਹਰ ਵੇਲੇ। ਭਾਵੇਂ ਉਹਨਾਂ ਦੇ ਬੱਚੇ ਕਿਸੇ ਮੁਸ਼ਕਿਲ ਵਿੱਚ ਹੋਣ, ਕਿਸੇ ਸਮੱਸਿਆ ਨਾਲ ਘਿਰੇ ਹੋਣ, ਪਰ ਜੇ ਗੁਰੂ ਦਾ ਆਸਰਾ ਹੋਏਗਾ, ਗੁਰੂ ਦੀ ਨਜ਼ਰ ਹੋਏਗੀ, ਤਾਂ ਫਿਰ ਜੋ ਦੁੱਖ ਸੁੱਖ ਆਉਂਦੇ ਨੇ ਮਨੁੱਖ ਦੇ ਜੀਵਨ ਵਿੱਚ, ਬੱਚਿਆਂ ਨੂੰ ਲੱਗਦਾ ਹੈ ਕਿ ਨਹੀਂ ਸਾਡੇ ਲਈ ਇਹ ਮੁਸ਼ਕਿਲ ਕੰਮ ਹੈ, ਤੇ ਗੁਰੂ ਉਸ ਦੀ ਰੱਖਿਆ ਜ਼ਰੂਰ ਕਰਦੇ ਨੇ। ਗੁਰੂ ਹਮੇਸ਼ਾ ਹੀ ਅੰਗ ਸੰਗ ਸਹਾਈ ਹੁੰਦੇ ਨੇ। ਇਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਜੋ ਬੱਚੇ ਨੇ ਉਹ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਤੇ ਬੀਬੀ ਜੀ, ਧਰਮ ਵਿਚਾਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਤੇ ਸਾਧ ਸੰਗਤ ਜੀ, ਹੁਣ ਅਸੀਂ ਲੈ ਲੈਂਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਇਆ ਅੱਜ ਦਾ ਹੁਕਮਨਾਮਾ। ਵੇਖਦੇ ਹਾਂ ਕਿ ਅੱਜ ਧੰਨ ਧੰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕਿਸ ਤਰ੍ਹਾਂ ਦਾ ਹੁਕਮਨਾਮਾ ਬਖਸ਼ਿਸ਼ ਹੋਇਆ ਜੀ। ਇਹ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਇਆ ਅੱਜ ਦਾ ਹੁਕਮਨਾਮਾ। ਤੇ ਬੀਬੀ ਜੀ, ਜਿਸ ਤਰ੍ਹਾਂ ਕਿ ਅੱਜ ਦੇ ਹੁਕਮਨਾਮੇ ਵਿੱਚ ਵੀ ਇਹ ਸੀ ਕਿ ਸਾਰੇ ਜਗਤ ਵਿੱਚ ਉਸੇ ਦੀ ਹੀ ਜੋਤ ਵਿਆਪਕ ਹੈ, ਤੇ ਜਿਹੜਾ ਮਨੁੱਖ ਗੁਰੂ ਦੀ ਰਾਹ ਤੇ ਚੱਲਦਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਿ ਜਿਹੜੇ ਮਨਮੁਖ ਬ੍ਰਿਤੀ ਵਾਲੇ ਹੁੰਦੇ ਨੇ ਤੇ ਫਿਰ ਉਸ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਆਪਣੇ ਜੀਵਨ ਵਿੱਚ ਉਹ ਡੋਲ ਜਾਂਦਾ ਹੈ। ਸੋ ਬੜਾ ਹੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਵੀ ਅਸੀਂ ਅੱਜ ਦੇ ਜਿਸ ਤਰ੍ਹਾਂ ਹੁਕਮਨਾਮਾ ਆਇਆ, ਸੋ ਦੱਸਣਾ ਜ਼ਰੂਰੀ ਹੈ ਕਿ ਜੋ ਸਿੱਖ ਔਰ ਗੁਰੂ ਦਾ ਜੋ ਰਿਸ਼ਤਾ ਹੈ ਉਹ ਬੜਾ ਹੀ ਡੂੰਘਾ ਹੈ। ਜੇ ਸਿੱਖ, ਜੋ ਬੱਚਾ, ਜੋ ਮਨੁੱਖ ਗੁਰੂ ਦੇ ਪ੍ਰਤੀ ਆਸਵੰਦ ਹੋਵੇ, ਗੁਰੂ ਦੇ ਪ੍ਰਤੀ ਉਸਦੀ ਆਸਥਾ ਹੋਵੇ, ਤੇ ਫਿਰ ਉਹ ਕਦੇ ਆਪਣੇ ਜੀਵਨ ਵਿੱਚ ਡੋਲਦਾ ਨਹੀਂ, ਹਮੇਸ਼ਾ ਹੀ ਅਡੋਲ ਰਹਿੰਦਾ ਹੈ, ਜਿਸ ਤਰ੍ਹਾਂ ਕਿ ਸਾਡੇ ਗੁਰੂ ਸਾਹਿਬਾਨ ਵੀ ਰਹੇ ਨੇ। ਸੋ ਸਿੱਖ ਦੇ ਜੋ ਹੈ, ਸਿੱਖ ਧਰਮ ਵਿੱਚ ਜੋ ਗੁਰੂ ਦਾ ਰਿਸ਼ਤਾ ਹੈ ਇਹ ਬੜਾ ਹੀ ਡੂੰਘਾ ਹੈ। ਅਲੱਗ-ਅਲੱਗ ਧਰਮਾਂ ਨੇ ਗੁਰੂ ਦਾ ਔਰ ਸ਼ਿਸ਼ ਦਾ ਰਿਸ਼ਤਾ ਅਲੱਗ-ਅਲੱਗ ਤਰ੍ਹਾਂ ਦੱਸਿਆ ਹੈ, ਲੇਕਿਨ ਜਿੱਥੋਂ ਤੱਕ ਮੈਨੂੰ ਸਮਝ ਪਈ ਹੈ, ਗੁਰਬਾਣੀ ਦੇ ਵਿੱਚ ਸਭ ਤੋਂ ਵਧੀਆ ਰਿਸ਼ਤਾ ਜੋ ਹੈ ਗੁਰੂ ਸਿੱਖ ਦਾ, ਉਹ ਹੈ ਮਾਂ ਔਰ ਬੱਚੇ ਦਾ। ਜੀ ਕਿਉਂ? ਕਿ ਮਾਂ ਬੱਚੇ ਦੇ ਕੋਈ ਵੀ ਔਗਣ ਨਹੀਂ ਦੇਖਦੀ। ਕਿਤਨਾ ਵੀ ਬੱਚਾ ਖਰਾਬ ਹੋਵੇ, ਗੰਦਾ ਹੋਵੇ, ਠੀਕ ਨਾ ਹੋਵੇ, ਤਾਂ ਵੀ ਮਾਂ ਬੱਚੇ ਨੂੰ ਬਿਲਕੁਲ ਨਫ਼ਰਤ ਨਹੀਂ ਕਰਦੀ, ਪਿਆਰ ਕਰਦੀ ਹੈ। तो इसी तरह ही जो गुरु है वो अपने सिख नू इतना प्यार करता है जिवें माँ अपने बच्चे नू प्यार करती है। गुरबाणी च बेअंत पंक्तियां हैं। सुत्य अपराध करत हैं जेते, जननी चीत न राखस तेते, रामैया हाँ बारक तेरा, काहे न खंडस औगन मेरा। इस तरह होर सुंदर पंक्तियां हैं। हर जी माता, हर जी पिता, हर जी प्रतिपालक, हर जी मेरी सार करे हाँ हर के बालक। ਜੀ ਇਹ ਤਾਂ ਹੈ ਕਿ ਗੁਰੂਆਂ ਦੀ ਦੇਣ। ਹੁਣ ਅਸੀਂ ਚਾਹਾਂਗੇ ਇਹ ਦੱਸੋ ਕਿ ਸਿੱਖ ਨੂੰ ਗੁਰੂ ਵਾਸਤੇ ਕੀ ਕਰਨਾ ਚਾਹੀਦਾ। सिख ने गुरु वास्ते की करना है वो तो बड़ा ही जरूरी है, क्योंकि असी चाहते हैं गुरु साडे वास्ते सब कुछ करे, पर यह कदे नहीं सोचा कि सिख ने भी गुरु वास्ते कुछ करना है। ਜੀ
तो सिख ने गुरु वास्ते ਇਹ ਕਰਨਾ ਹੈ ਜੋ ਮੈਨੂੰ ਸਮਝ ਪਈ ਹੈ ਕਿ ਸਭ ਤੋਂ ਵੱਡਾ ਕੰਮ ਸਿੱਖ ਕਰ ਸਕਦਾ ਹੈ, ਗੁਰੂ ਦਾ ਹੁਕਮ ਮੰਨਣਾ। ਬਸ ਇਹ ਹੀ ਇੱਕ ਅਰਦਾਸ ਕਰੇ, ਗੁਰੂ ਦਾ ਹੁਕਮ ਮੰਨਣਾ ਹੈ। ਔਰ ਗੁਰੂ ਅੰਗਦ ਸਾਹਿਬ ਜੀ ਦਾ ਪੂਰਾ ਜੀਵਨ ਹੁਕਮ ਮੰਨਣ ਤੇ ਹੈ। ਹੁਕਮ ਮੰਨ ਕੇ ਉਹ ਗੁਰੂ ਬਣ ਗਏ ਸਨ। ਤਾਂ ਹੁਕਮ ਦੇ ਬਾਰੇ ਵਿੱਚ ਇਸ ਤਰ੍ਹਾਂ ਹੈ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰ ਹੋਏ। ਉਸ ਦੇ ਬਾਅਦ ਇੱਕ ਹੋਰ ਬੜੀ ਸੁੰਦਰ ਪੰਕਤੀ ਹੈ, ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਕ ਪੰਕਤੀ ਜੋ ਮੈਨੂੰ ਬੜੀ ਪਸੰਦ ਹੈ ਉਹ ਮੈਂ ਆਪ ਜੀ ਨੂੰ ਸੁਣਾਵਾਂਗੀ ਜੀ। ਜਿੰਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਨਾ। ਇਹ ਤੇ ਗਰੰਟਿਡ ਚੀਜ਼ ਹੈ ਨਾ, ਜਿੰਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਨਾ। ਤੋ ਇਹ ਹੈ ਹੁਕਮ। ਹੁਣ ਅਸੀਂ ਉਹ ਪਹਿਲਾ ਹੁਕਮ ਚੇਤੇ ਕਰਨਾ ਹੈ ਜੋ ਬਿਗਨਿੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤਾਂ ਨੂੰ ਦੱਸਿਆ ਸੀ। ਅਸੀਂ ਸਾਰਿਆਂ ਨੇ ਬੋਲਣਾ ਹੈ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ ਔਰ ਉਹਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ। ਜੀ ਬਿਲਕੁਲ, ਅਸੀਂ ਪਰਮਾਤਮਾ ਦੇ ਹੁਕਮ ਵਿੱਚ ਹੀ ਰਹਿਣਾ ਤੇ ਉਸ ਦੇ ਹੁਕਮ ਨੂੰ ਹੀ ਅਸੀਂ ਮੰਨਣਾ ਹੈ। ਜੇ ਹੁਕਮ ਵਿੱਚ ਰਵਾਂਗੇ ਤਾਂ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਏਗੀ, ਉਸ ਪਰਮਾਤਮਾ ਦੀ ਮਿਹਰ ਜੋ ਹੈ ਉਹ ਸਾਨੂੰ ਮਿਲੇਗੀ। ਤੇ ਬੀਬੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧਰਮ ਵਿਚਾਰ ਦੇ ਲਈ। ਤੇ ਸਤਸੰਗ ਜੀ, ਜੇ ਤੁਹਾਡੇ ਮਨ ਵਿੱਚ ਕੋਈ ਵੀ ਪ੍ਰਸ਼ਨ ਉੱਠ ਰਿਹਾ ਹੈ, ਕੋਈ ਵੀ ਵਿਚਾਰ ਹੈ, ਕੋਈ ਵੀ ਸੁਝਾਅ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਸਾਨੂੰ ਈਮੇਲ ਜ਼ਰੂਰ ਕਰੋ ਜੀ। ਈਮੇਲ ਪਤਾ ਨੋਟ ਕਰ ਲਓ, ekongkar@zeenetwork.com। ਸਾਨੂੰ ਤੁਸੀਂ SMS ਵੀ ਜ਼ਰੂਰ ਭੇਜੋ ਜੀ। SMS ਭੇਜਣ ਦੇ ਲਈ ਤੁਹਾਨੂੰ ਸਿਰਫ ਇੰਨਾ ਕਰਨਾ ਹੈ ਕਿ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਏਕੰਕਾਰ ਟਾਈਪ ਕਰਨਾ ਹੈ ਜੀ, ਫਿਰ ਉਸ ਤੋਂ ਬਾਅਦ ਸਪੇਸ ਦੇਣਾ ਹੈ, ਫਿਰ ਸਵਾਲ, ਤੇ ਫਿਰ ਉਸ ਤੋਂ ਬਾਅਦ ਲਿਖ ਦਿਓ, ਇਸ ਤੋਂ ਭੇਜ ਦਿਓ ਜੀ 57575 ਤੇ। ਤੇ ਸਤਸੰਗ ਜੀ, ਇਸੀ ਆਪ ਜੀ ਨੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਧਰਮ ਵਿਚਾਰ ਦੇ ਨਾਲ ਕੁਝ ਜ਼ਰੂਰ ਮਿਲੇਗਾ। ਖਾਸ ਕਰਕੇ ਬੱਚਿਆਂ ਨੂੰ ਜ਼ਰੂਰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਅਕਾਲਪੁਰ ਦੀ ਸਿਫਤ ਸਲਾਹ ਵਿੱਚ ਅੱਜ ਦੀ ਹਾਜ਼ਰੀ ਹੁਣ ਇਜਾਜ਼ਤ ਦਿਓ ਜੀ। ਪਿਆਰ ਸਤਿ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अव्वल अल्लाह नूर पाया, कुदरत के सब बंदे, एक नूर ते सब जग उपजया, कौन भले कौ मंदे।